ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ। ਤੁਸੀਂ ਵੇਖ ਰਹੇ ਹੋ ਦ ਬੈਨੀਪਾਲ ਸ਼ੋ। ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਤਹਿ ਦਿਲੋਂ ਤੁਹਾਡਾ ਇਸੇ ਸ਼ੋ ਦੇ ਵਿੱਚ। ਅੱਜ ਮੈਂ ਬਾਹਰ ਖੜੀ ਆ ਅਤੇ ਟ੍ਰੈਫਿਕ ਦੀ ਆਵਾਜ਼ ਥੋੜੀ ਬਹੁਤ ਤੁਹਾਨੂੰ ਤੰਗ ਕਰ ਸਕਦੀ ਹੈਗੀ ਆ, ਕਿਉਂਕਿ ਮੈਂ ਮੇਨ ਰੋਡ ਦੇ ਬਿਲਕੁਲ ਕੋਲ ਖੜੀ ਹੈਗੀ ਆ ਤੇ ਇਸ ਦਰਮਿਆਨ ਕੁਝ ਆਵਾਜ਼ਾਂ ਜਿਹੜੀਆਂ ਨੇ, ਕਿਉਂਕਿ ਚੱਲਦੀ ਹੋਈ ਰੋਡ ਆ, ਚੰਡੀਗੜ੍ਹ ਦੀ ਇਹ ਰੋਡ ਹੈ ਤੇ ਇਹ ਰੁਕਦੀ ਨਹੀਂ ਹੈਗੀ, ਭਾਵੇਂ ਜਿਹੜਾ ਮਰਜ਼ੀ ਪਹਿਰ ਹੋਵੇ, ਪਰ ਸ਼ੋ ਨਹੀਂ ਰੁਕਣਾ ਚਾਹੀਦਾ। ਇਹ ਵਾਅਦਾ ਹੈਗਾ ਤੇ ਇਸੇ ਵਾਅਦੇ ਨੂੰ ਨਿਭਾਉਣ ਲਈ ਜਿਸ ਵੀ ਕੰਡੀਸ਼ਨ 'ਚ ਇਹ ਸ਼ੋ ਕਰ ਰਹੇ ਆ, ਬਾਹਰ ਆ ਪਰ ਇੱਥੇ ਸ਼ੋ ਕਰਨਾ ਜ਼ਰੂਰੀ ਹੈ। ਅੱਛਾ, ਤੁਹਾਨੂੰ ਦੱਸਾਂ, ਅੱਜ ਮੈਂ ਬੈਨੀਪਾਲ ਸਾਹਿਬ ਨਾਲ ਮਿਲੀ, ਤੁਹਾਡੇ ਪਸੰਦੀਦਾ ਜਿਨ੍ਹਾਂ ਨੂੰ ਤੁਸੀਂ ਬਹੁਤ ਮਿਸ ਕਰ ਰਹੇ ਹੋ ਇਸ ਸ਼ੋ ਦੇ ਵਿੱਚ, ਜਿਨ੍ਹਾਂ ਦਾ ਇਹ ਸ਼ੋ ਹੈ, ਉਹਨਾਂ ਨਾਲ ਮਿਲੀ ਤੇ ਉਹਨਾਂ ਨੇ ਕਿਹਾ ਬਸ 2 ਦਿਨ ਦੀ ਗੱਲ ਰਹਿ ਗਈ ਹੈ, 2-3 ਦਿਨ ਦੀ ਗੱਲ ਰਹਿ ਗਈ ਹੈ ਤੇ 2-3 ਦਿਨ ਦੇ ਬਾਅਦ ਉਹ ਤੁਹਾਡੇ ਕੋਲ ਹੋਣਗੇ, ਆਪਣੇ ਸੈਟਸ ਤੇ ਹੋਣਗੇ, ਵਾਪਸ ਕੈਨੇਡਾ ਹੋਣਗੇ ਤੇ ਇਹ ਸ਼ੋ ਪ੍ਰੋਪਰਲੀ ਉਸੇ ਤਰ੍ਹਾਂ ਹੋਏਗਾ, ਬਿਨਾਂ ਕਿਸੇ ਡਿਸਟਰਬੈਂਸ ਤੋਂ, ਬਿਨਾਂ ਕਿਸੇ ਇੱਧਰ ਉੱਧਰ ਦੀ ਗੱਡੀ ਆ ਜਿਵੇਂ ਹੌਰਨ ਦੀਆਂ ਆਵਾਜ਼ਾਂ ਨੇ ਉਸ ਤੋਂ। ਕਿਉਂਕਿ ਇੱਥੇ ਤੁਹਾਨੂੰ ਪਤਾ ਹੀ ਹੈ ਵੀ ਇੰਡੀਆ 'ਚ ਲੋਕ ਜਿਹੜੇ ਨੇ ਉਹ ਹੌਰਨ ਬਹੁਤ ਇਸਤੇਮਾਲ ਕਰਦੇ ਨੇ, ਹੌਂਕਿੰਗ। ਹਾਲਾਂਕਿ ਬਹੁਤ ਸਾਰੇ ਲੋਕ ਇਸ ਦਾ ਇਹ ਵੀ ਕਹਿੰਦੇ ਆ ਕਿ ਇਹ ਸਿਵਿਕ ਸੈਂਸ ਦੇ ਅਗੇਂਸਟ ਜਾਂਦੀ ਹੈ, ਪਰ ਇੱਥੇ ਲੋਕ ਕਰਦੇ ਨੇ, ਨਹੀਂ ਕਰਨੀ ਚਾਹੀਦੀ ਹੈਗੀ। ਕੋਈ ਕਾਰਨ ਵੀ ਨਹੀਂ ਹੁੰਦਾ, ਐਵੇਂ ਹੀ ਹੌਰਨ ਮਾਰੀ ਜਾਂਦੇ, ਐਵੇਂ ਹੱਥ ਜਿਹੜਾ ਹੌਰਨ ਤੇ ਦੱਬਿਆ ਹੁੰਦਾ, ਕੋਈ ਕਾਰਨ ਵੀ ਨਹੀਂ ਹੁੰਦਾ। ਸੋ ਇਹ ਸਾਰੀਆਂ ਆਵਾਜ਼ਾਂ ਤੁਹਾਨੂੰ ਸੁਣਨ ਨੂੰ ਮਿਲ ਸਕਦੀਆਂ ਹੈਗੀਆਂ, ਮਾਫੀ ਚਾਹਾਂਗੀ। ਤੇ ਮਾਫੀ ਦੇ ਨਾਲ ਸ਼ੋ ਜਿਹੜਾ ਅੱਜ ਸ਼ੁਰੂ ਕਰਨਾ ਜ਼ਿਆਦਾ ਜ਼ਰੂਰੀ ਹੈਗਾ, ਕਿਉਂਕਿ ਅੱਜ ਦੀਆਂ ਖਬਰਾਂ ਜਿਹੜੀਆਂ ਉਹ ਬੇਹੱਦ ਅਹਿਮ ਨੇ। ਅੱਜ ਜੋ ਹੋਇਆ ਉਹ ਪਹਿਲਾਂ ਘੱਟ ਹੁੰਦਾ ਹੋਇਆ ਦੇਖਿਆ। ਦੇਖੋ, ਜਿੱਥੇ ਸਰਕਾਰ ਦੀ ਗਲਤੀ ਹੁੰਦੀ ਆ ਉੱਥੇ ਗਲਤੀ ਗਿਣਵਾਈ ਦੀ ਆ, ਜਿੱਥੇ ਇਤਰਾਜ਼ ਹੁੰਦਾ ਇਤਰਾਜ਼ ਗਿਣਵਾਈ ਦਾ, ਜਿੱਥੇ ਉਨਤਾਈਆਂ ਹੁੰਦੀਆਂ ਉਨਤਾਈਆਂ ਗਿਣਵਾਈ ਦੀਆਂ, ਪਰ ਜਿੱਥੇ ਚੰਗਿਆਈ ਹੁੰਦੀ ਆ ਉੱਥੇ ਚੰਗਿਆਈ ਗਿਣਵਾਉਣਾ ਵੀ ਬਣਦਾ। ਤੇ ਅੱਜ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਸਟੈਂਡ ਲਿਆ ਨਾ, ਪੱਕਾ ਸਟੈਂਡ, ਉਸ ਸਟੈਂਡ ਤੇ ਉਹ ਖੜੀ ਵੀ ਉਤਰੀ ਹੈਗੀ ਆ, ਉਸ ਸਟੈਂਡ ਤੇ ਖੜੀ ਵੀ ਰਹੀ ਹੈਗੀ ਆ ਉਹ। ਤੇ ਅੱਜ ਸੀਐਮ ਮਾਨ ਦਾ ਜਿਹੜਾ ਰੂਪ ਦੇਖਿਆ ਹੋਣਾ ਅਫਸਰਾਂ ਨੇ, ਅਫਸਰਸ਼ਾਹੀ ਨੇ, ਉਹ ਕਦੀ ਨਹੀਂ ਦੇਖਿਆ ਹੋਣਾ। ਕਿਉਂਕਿ ਅਕਸਰ ਅਸੀਂ ਕੀ ਸਮਝਦੇ ਹੈਗੇ ਆ, ਅਕਸਰ ਅਸੀਂ ਇਹ ਸਮਝਦੇ ਆ ਕਿ ਸਾਰਾ ਕੁਝ ਜਿਹੜਾ ਆ ਉਹ ਅਫਸਰਸ਼ਾਹੀ ਚਲਾਏਗੀ, ਹੋਰ ਕੋਈ ਲਾਗੇ ਬੰਨੇ ਨਹੀਂ ਲੱਗੇਗਾ। ਇਦਾਂ ਨਹੀਂ ਹੋਣ ਵਾਲਾ ਹੈਗਾ। ਸੋ ਪਹਿਲੀ ਖਬਰ ਜਿਹੜੀ ਅੱਜ ਅਸੀਂ ਇਹੀ ਲੈਣੀ ਹੈਗੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਸੀਐਮ ਸਾਹਿਬ ਅੱਜ ਅੜੇ ਰਹੇ ਤੇ ਇਹ ਅੜਨਾ ਜਿਹੜਾ ਆ ਕੰਮ ਵੀ ਆਇਆ। ਸੋ ਦੂਜੀ ਖਬਰ ਆ ਭਾਰਤ ਜੋੜੋ ਯਾਤਰਾ ਨਾਲ ਮਤਲਕ ਇੱਕ ਰੰਗ, ਇੱਕ ਤਸਵੀਰਾਂ ਜੋ ਵੇਖਣ ਵਾਲਾ ਸੀ ਭਾਰਤ ਜੋੜੋ ਯਾਤਰਾ ਦੇ ਵਿੱਚ, ਭਾਵੇਂ ਉਹ ਰਾਹੁਲ ਗਾਂਧੀ ਦੀ ਪੱਗ ਹੋਵੇ, ਭਾਵੇਂ ਉਹ ਨਿਹੰਗ ਸਿੰਘਾਂ ਦੀ ਐਂਟਰੀ ਹੋਵੇ, ਭਾਵੇਂ ਫਿਰ ਉਹ ਹੋਰ ਬੜੇ ਰੰਗ ਹੋਣ, ਉਹਨਾਂ ਦੀ ਹਾਫ ਟੀ-ਸ਼ਰਟ ਤੇ ਗੱਲ ਹੋਵੇ, ਸਾਰਾ ਕੁਝ ਜਿਹੜਾ ਹੈ ਦੇਖਣ ਵਾਲਾ ਸੀ। ਉਸ ਤੇ ਡਿਸਕਸ ਕਰਨਾ ਬਣਦਾ ਹੈਗਾ, ਕਿਉਂਕਿ ਰੋਡ ਬਥੇਰੇ ਜਗ੍ਹਾ ਤੇ ਜਾਮ ਰਹੇ ਤੇ ਵਿਰੋਧ ਵੀ ਹੋਇਆ, ਇਸ ਤੇ ਗੱਲ ਜ਼ਰੂਰ ਕਰਾਂਗੇ। ਫਿਰ ਅੱਗੇ ਨੂੰ ਚੱਲਾਂਗੇ ਤੇ ਅੱਗੇ ਨੂੰ ਚੱਲਦਿਆਂ ਹੋਇਆਂ ਅਸੀਂ ਗੱਲ ਕਰਨੀ ਹੈਗੀ ਆ ਸੁਪਰੀਡੈਂਡੈਂਟ ਦੀ ਗੱਲ ਨਹੀਂ ਕਰਨੀ, ਐਕਚੁਅਲੀ ਗੱਲ ਕਰਨੀ ਹੈਗੀ ਇੱਕ ਅਜਿਹੇ ਕੈਦੀ ਦੀ ਜਿਸ ਨੇ ਸੁਪਰੀਡੈਂਡੈਂਟ ਨੂੰ ਨਕਲੀ ਜੱਜ ਬਣ ਕੇ ਨਕਲੀ ਚਿੱਠੀ ਲਿਖੀ ਜਾਂ ਲਿਖਾਈ ਤੇ ਉਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਹੋ ਗਿਆ, ਜੇਲ੍ਹ ਤੋਂ ਬਾਹਰ ਹੀ ਚਲਾ ਗਿਆ। ਮਤਲਬ ਨਕਲੀ ਚਿੱਠੀ ਦੇ ਸਿਰ ਤੇ ਅਗਲਾ ਬੰਦਾ ਬਾਹਰ ਪੈਰੋਲ ਮੰਨ ਰਿਹਾ ਹੈਗਾ ਤੇ ਕਿਸੇ ਨੂੰ ਕੁਝ ਪਤਾ ਹੀ ਨਹੀਂ। ਇਸ ਤੇ ਗੱਲ ਕਰਾਂਗੇ। ਫਿਰ 2 ਮਹੀਨਿਆਂ ਤੋਂ ਘਰ 'ਚ ਬੰਦ ਮੰਡ ਨੇ ਜਿਹੜਾ ਕਾਰਾ ਕੀਤਾ ਹੈਗਾ, ਉਸ ਤੇ ਗੱਲ ਕਰਨੀ ਹੈਗੀ ਆ। ਘਰ ਦੇ ਵਿੱਚ ਬੰਦ ਹੈਗਾ ਗੁਰਸਿਮਰਨ ਮੰਡ, ਕਾਂਗਰਸ ਵਾਲਾ, ਤੇ ਘਰ ਦੇ ਵਿੱਚ ਬੰਦ ਰਹਿ ਕੇ ਹੁਣ ਬਾਹਰ ਨਿਕਲਿਆ ਤੇ ਬਾਹਰ ਨਿਕਲਦਿਆਂ ਕੀ ਕਾਰਾ ਕੀਤਾ, ਇਸ ਤੁਹਾਨੂੰ ਜ਼ਰੂਰ ਦੱਸਾਂਗੇ। ਉਸ ਤੋਂ ਬਾਅਦ ਜਿਹੜੀ ਨਜ਼ਰ ਰਹਿਣੀ ਹੈਗੀ ਆ, ਕੁਝ ਦਿਨ ਪਹਿਲਾਂ ਦੀ ਖਬਰ ਆ ਕਿ ਜਲੰਧਰ ਦੇ ਵਿੱਚ ਇੱਕ ਬੈਂਕ ਲੁੱਟਿਆ ਗਿਆ ਹੈ ਜੀ। ਫਾਇਰਿੰਗ ਬੰਦੂਕ ਦੀ ਨੋਕ ਤੇ ਬੈਂਕ ਲੁੱਟਿਆ ਗਿਆ ਹੈ। ਕੀ ਕੁਝ ਲੈ ਕੇ ਗਏ ਨੇ, ਕਿਸ ਤਰ੍ਹਾਂ ਸ਼ਰੇਆਮ ਸਾਰਾ ਕੁਝ ਹੋਇਆ, ਇਹ ਵੀ ਤੁਹਾਨੂੰ ਦੱਸਣਾ ਹੈਗਾ। ਫਿਰ ਗੱਲ ਇੱਥੇ ਵੀ ਆ ਕਿ ਦੁਨੀਆ ਦੀ ਜਿਹੜੀ ਸੁਪਰ ਪਾਵਰ ਹੈਗੀ ਅਮਰੀਕਾ, ਕੀ ਹੋਇਆ, ਸਾਰੀਆਂ ਫਲਾਈਟਾਂ ਠੱਪ ਹੋ ਗਈਆਂ। ਸੁਪਰ ਪਾਵਰ, ਉਹਨਾਂ ਦਾ ਅਸਮਾਨ ਨਹੀਂ ਕੰਮ ਕਰ ਰਿਹਾ, ਕੀ ਹੋਇਆ, ਇਸ ਡਿਸਕਸ ਕਰਨਾ ਬਣਦਾ ਹੈਗਾ। ਸੋ ਪਾਕਿਸਤਾਨ ਕੋਲ ਸਿਰਫ ਤੇ ਸਿਰਫ 3 ਹਫ਼ਤੇ ਦਾ ਰਾਸ਼ਨ ਬਚਿਆ। ਮਹਿੰਗਾਈ ਉੱਥੇ ਏਡੀ ਕੁ ਹੋ ਗਈ ਹੈ, ਪਿਆਜ਼ ਦਾ ਰੇਟ, ਦਾਲਾਂ ਦਾ ਰੇਟ ਐਡਾ ਹੋ ਗਿਆ ਕਿ ਹੁਣ ਉੱਥੇ ਸਰਵਾਈਵਲ ਜਿਹੜੀ ਆ ਉਹ ਔਖੀ ਲੱਗ ਰਹੀ ਆ। ਸੋ ਇਹਨਾਂ ਸਾਰੀਆਂ ਖਬਰਾਂ ਤੇ ਅਸੀਂ ਅੱਜ ਡਿਸਕਸ ਕਰਨਾ ਹੈਗਾ, ਇਹਨਾਂ ਸਾਰੀਆਂ ਖਬਰਾਂ ਤੇ ਅਸੀਂ ਰੁਖ ਕਰਨਾ ਹੈਗਾ। ਕੁਝ ਹੋਰ ਵੀ ਖਬਰਾਂ ਹੋ ਸਕਦੀਆਂ ਨੇ, ਅੱਗੇ ਨੂੰ ਰੁਖ ਕਰਦੇ ਆ। ਸੋ ਪਹਿਲੀ ਖਬਰ ਜਿਹੜੀ ਹੈ ਉਹ ਸੀਐਮ ਮਾਨ ਨਾਲ ਦੇ ਪੰਜਾਬ ਸਰਕਾਰ ਨਾਲ ਹੀ ਤਾਲੁਕ ਰੱਖਦੀ ਹੈ ਤੇ ਪਹਿਲੀ ਖਬਰ ਇਹ ਕਹਿੰਦੀ ਹੈਗੀ ਆ ਜੀ ਕਿ ਅੱਜ ਮਾਨ ਸਰਕਾਰ ਦਾ, ਸੀਐਮ ਮਾਨ ਦਾ ਜੋ ਸਟੈਂਡ ਰਿਹਾ, ਉਹ ਸਟੈਂਡ ਰਿਹਾ ਬਾਲਾ ਪੱਕਾ। ਉਹ ਸਟੈਂਡ ਰਿਹਾ ਏਦਾਂ ਦਾ ਕਿ ਜਿਸ ਨੂੰ ਇੱਧਰ ਤੋਂ ਉੱਧਰ ਨਹੀਂ ਸੀ ਕੀਤਾ ਜਾ ਸਕਦਾ।
ਸਾਰੇ ਦੇ ਸਾਰੇ ਅਫਸਰ ਜਿਹੜੇ ਉਹ ਹੜਤਾਲ ਤੇ ਚਲੇ ਜਾਂਦੇ ਨੇ, ਸਟ੍ਰਾਈਕ ਤੇ ਚਲੇ ਜਾਂਦੇ ਨੇ ਤੇ ਸੀਐਮ ਮਾਨ ਪਹਿਲਾਂ ਕਹਿੰਦੇ ਨੇ ਕਿ ਨਾ ਕਰੋ, ਨਹੀਂ ਮੰਨਦੇ ਤਾਂ ਫਿਰ ਇੱਕ ਲੈਟਰ ਇਸ਼ੂ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਇਸ ਸਟ੍ਰਾਈਕ ਨੂੰ ਇਲੀਗਲ ਕਰਾਰ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸੰਵਿਧਾਨਿਕ ਹੀ ਨਹੀਂ ਹੈਗੀ ਤੇ ਤੁਹਾਨੂੰ ਵਾਪਸ ਆਉਣਾ ਪਊ। 2 ਵਜੇ ਤੱਕ ਜਿਹੜਾ ਵਾਪਸ ਨਹੀਂ ਆਉਂਦਾ ਫਿਰ ਤੁਸੀਂ ਹਿਸਾਬ ਲਾ ਲਿਓ ਆਪਣਾ, ਸਸਪੈਂਡ ਕਰ ਦੇਵਾਂਗੇ। ਫਿਰ ਭਾਵੇਂ ਸਾਰੇ ਦੇ ਸਾਰੇ ਸਸਪੈਂਡ ਕਿਉਂ ਨਾ ਕਰਨੇ ਪੈਣ। ਦੇਖੋ ਜੀ, बहुत सारे लोग ये कहते हैं कि पंजाब जड़ा है वो सियासतदान नहीं, वो अफसर चला रहे हैं, अफसरशाही चला रही है। जो चलती है अफसरशाही दी वो किसी होर दी नहीं चलती हैगी। आ ਜਿਹੜੇ ਹੌਰਨ ਹੂਣ ਵੀ ਬਥੇਰੇ ਵੱਜਦੇ ਨੇ, ਉਹਨਾਂ ਚੋਂ ਵੀ ਬਥੇਰੇ ਹੁੰਦੇ ਨੇ ਜਿਹੜੇ ਹੌਰਨ ਮਾਰਦੇ ਜਾਂਦੇ ਨੇ ਤੇ ਆਪਣੇ ਆਪ ਨੂੰ ਅਫਸਰ ਕਹਾਉਂਦੇ ਨੇ ਤੇ ਜਦੋਂ ਉਹਨਾਂ ਤੋਂ ਕੰਮ ਕਰਵਾਉਣ ਜਾਣਾ ਹੁੰਦਾ ਹੈ ਤੇ ਫਿਰ ਰਿਸ਼ਵਤਾਂ ਵੀ ਮੰਗਦੇ ਨੇ। ਉਹਨਾਂ ਤੋਂ ਜਦੋਂ ਕੰਮ ਕਰਵਾਉਣ ਜਾਣਾ ਹੁੰਦਾ ਹੈ ਲਾਈਨਾਂ 'ਚ ਵੀ ਬਿਠਾਉਂਦੇ ਨੇ, ਹੈਰਸ ਵੀ ਕਰਦੇ ਨੇ। पर हुण मान सरकार कहती है कि ये सब कुछ नहीं होएगा। सवेरे जे ऑफिस पहुंचने का वक्त 9:30 है तो कोई 10 बजे नहीं पहुंचेगा। जे कोई आम बंदा काम करान आया है उस तो रिश्वत नहीं मंगी जाएगी। जे तुसी उगराही कर रहे हो, महीने का तुहाडा किते बयाना लग्या होया, वो पैसा नहीं लिया जाएगा। आम लोगों को जो भुगतना पै रहा है वो हुण आम लोग इस करके तो नहीं भुगतणगे, भ्रिष्टाचार करके, रिश्वतखोरी करके तो वो नहीं भुगतणगे। ते सरकारी अफसरां तो ये कंप्लेंट्स जड़ियां ने वो सब नूं रहिंदियां ने क्योंकि जड़े अफसर ने ते थल्ले उन्हां दे पीए, क्लर्क तक, पीओन तक जड़े ने वो रले हुंदे ने ते उस तो बाद जो पैसा चढ़ना शुरू हुंदा है वो इस तरीके नाल पैसा चढ़ना शुरू हुंदा है कि लोग भी ये चीज़ समझते ने कि इत्थे असीं दित्ती नहीं रिश्वत ते गल नहीं बननी। सो लोग भी सोच के जाते ने, जेब च पैसे पा के जाते ने, हाँ जी आ जेब च पैसा पा लिया, आ रिश्वत दित्ती, फाइल जिहड़ी है उपर आई, काम जिहड़ा है वो छेती होया। ये लोगों नूं भी ये आदत पै गई है ते अफसरां नूं भी आदत पै गई है ते मान सरकार चाहुंदी है कि ये आदतां हटण। मान सरकार चाहती है कि सारा कुछ जड़ा है वो सही होवे। इस करके मान सरकार वालों ये पूरी दी पूरी जिहड़ी गल है वो कही गई हैगी आ ते नाल नाल साफ कर दिता गया है कि ये सब कुछ नहीं चलेगा। सो अजिहे विच अज होया की आ, अज होया ये आ कि हर तरह दे नाल मान सरकार ने अड़ी मनन तो इनकार कर दिता ते इनकार करन तो बाद फिर काम ते परतना पिया। इदां नहीं कि काम ते जे नहीं परतते ते उन्हां दा सर जांदा, काम ते परतना पिया क्योंकि साफ कह दिता गया सीगा कि जे तुसी काम ते नहीं परतोगे तां गल जिहड़ी है फिर वो सस्पेंशन ते जाएगी, सारे सस्पेंड कर दिते जाओगे। सो जिहड़ी ये हड़ताल सी वो वार्निंग दित्ती सी सस्पेंशन दी, उस तो बाद ये हड़ताल खत्म हो गई क्योंकि जिहड़ी विजिलेंस द्वारा गिरफ्तारी की गई सी विजिलेंस दे आरटीए दे अहुदे ते तैनात नरिंदर सिंह धालीवाल नूं गिरफ्तार जिहड़ा कीता सी ते आरटीए ट्रांसपोर्टरां तो निजी लोकां दे जरिए चलान नहीं कट्टण दी एवज विच इह महीने दी वसूली करदा सी, अजिहे इल्जाम सी। सो अजिहे विच विजिलेंस ने दसंबर महीने च जिहड़ी इकट्ठी कीती गई राशि दे नाल इन्हां नूं गिरफ्तार कीता सी, आरटीए नूं फड़िया सी। एंटी करप्शन लाइन ते भी हुई सी शिकायत, इन्हां दी शिकायत जिहड़ी है एंटी करप्शन लाइन ते हुंदी हैगी, जिहड़ी कि करप्शन लाइन शुरू कीती हुई है ते 18 नवंबर 2022 दे पिंड मरदवल दे रहण वाले सतनाम सिंह धवन ने हैल्पलाइन ते आरटीए लुधियाना दे खिलाफ पंजाब होम गार्ड्स दे वॉलंटियर बहादुर सिंह दे वीडियो क्लिप दे नाल ऑनलाइन शिकायत दर्ज कीती सी जो आरटीए दे नाल जुड़िया होया सी। सो विजिलेंस टीम ने जांच कीती तां मामला सही पाया गया ते उस तो बाद ਇਹ ਕਾਰਵਾਈ ਜਿਹੜੀ ਕੀਤੀ ਗਈ ਤੇ ਜਾਂਚ ਵਿੱਚ ਪਾਇਆ ਗਿਆ ਕਿ ਆਰਟੀ ਨਰਿੰਦਰ ਸਿੰਘ ਧਾਲੀਵਾਲ ਦਾ ਦਸੰਬਰ ਮਹੀਨੇ ਵਿੱਚ 4 ਲੱਖ ਰੁਪਏ ਦੀ ਉਸ ਨੂੰ ਰਿਸ਼ਵਤ ਮਿਲੀ ਸੀ, ਰਕਮ ਮਿਲੀ ਸੀ, ਜਿਸ ਵਿੱਚ ਉਸਨੇ 1,70,000 ਖੁਦ ਇਸਤੇਮਾਲ ਕੀਤੇ ਤੇ ਬਾਕੀ 2,30,000 ਜਿਹੜੇ ਪੀਏਜੀ ਬਹਾਦਰ ਸਿੰਘ ਨੂੰ ਸੌਂਪ ਦਿੱਤੇ। ਸੋ ਜਿਹੜਾ ਪੀਸੀਐਸ ਕੈਡਰ ਨਾਰਾਜ਼ ਸੀ, ਟੀਸੀਐਸ ਕੈਡਰ ਨਾਰਾਜ਼ ਸੀ, ਇਸ ਗੱਲ ਤੋਂ ਨਾਰਾਜ਼ ਸੀ ਕਿ ਤੁਸੀਂ गिरफ्तार कर रहे हो, तुसी इस तरह की कार्रवाई कर रहे हो, एडे वड्डे अफसर ते तुसी इस तरह कार्रवाई नहीं कर सकते, तुहानू पहला कुछ लिखत होना चाहिए सी, एक कॉन्स्टिट्यूशन के अगेंस्ट है, किसी भी शिकायत के आधार पर तुसी इदां कार्रवाई नहीं कर सकते। पर तुसी एक गल नोटिस कीती आ, ठीक आ, कॉन्स्टिट्यूशन अपने तरीके दे नाल, संविधान अपने तरह दे नाल रूल्स कहता होना ये बिल्कुल सही आ कि कॉन्स्टिट्यूशन के हिसाब नाल चलना चाहिए, गलत तरीके नाल नहीं चलना चाहिए। पर एक गल होर सही आ,
ਜਿਹੜੀ ਕਿ ਨਹੀਂ ਕੀਤੀ ਗਈ ਸਹੀ, ਜਿਸ ਨੂੰ ਕਿ ਗਲਤ ਕਰ ਦਿੱਤਾ ਗਿਆ, ਉਹ ਗੱਲ ਕਿਹੜੀ ਸੀ? ਉਹ ਗੱਲ ਇਹ ਸੀ ਕਿ ਕਿਸੇ ਵੀ ਅਫਸਰ ਨੇ ਇੰਨੀ ਗੱਲ ਲਿਖੀ ਕਿ ਜੇ ਸਾਡਾ ਸਾਥੀ ਗਲਤ ਪਾਇਆ ਗਿਆ ਤੇ ਇਸ ਨੂੰ ਕੋਈ ਵੀ ਸਜ਼ਾ ਦਿੱਤੀ ਜਾਵੇ, ਅਸੀਂ ਪੰਜਾਬ ਸਰਕਾਰ ਦੇ ਨਾਲ ਸਟੈਂਡ ਲਵਾਂਗੇ ਇਸ ਗੱਲ ਦਾ। ਠੀਕ ਹੈ, ਆਪਣੇ ਸਾਥੀਆਂ ਦੇ ਨਾਲ ਖੜਨਾ, ਯੂਨਿਟੀ ਦਿਖਾਉਣਾ ਇਹ ਬਣਦਾ ਹੀ ਆ, ਕਿਉਂਕਿ ਅਫਸਰਸ਼ਾਹੀ ਹੈ, ਇਹਨਾਂ 'ਚ ਵੀ ਯੂਨਿਟੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਇਹਨਾਂ ਨਾਲ ਕੋਈ ਧੱਕਾ ਨਾ ਕਰੇ। ਪਰ ਇੱਥੇ ਇਹਨਾਂ ਨੇ ਇੱਕ ਵਾਰੀ ਵੀ ਕਿਹਾ ਕਿ ਜੇ ਸਾਡੇ ਬੰਦੇ ਨੇ, ਇੰਨਾ ਵਿਸ਼ਵਾਸ ਸੀ ਇਹਨਾਂ ਨੂੰ ਜੇ, ਤੇ ਇਹਨਾਂ ਨੇ ਕਿਹਾ ਕਿ ਜੇ ਸਾਡੇ ਬੰਦੇ ਨੇ ਰਿਸ਼ਵਤ ਲਈ ਹੋਏ ਤਾਂ ਅਸੀਂ ਚਾਹਾਂਗੇ ਕਿ ਸਰਕਾਰ ਇਸ ਨੂੰ ਸਜ਼ਾ ਦੇਵੇ। ਇੱਕ ਵਾਰੀ ਵੀ ਲਿਖ ਕੇ ਚੀਜ਼ ਕਹੀ ਉਹਨਾਂ ਨੇ? ਨਹੀਂ ਕਹੀ। ਰਾਦਰ ਉਹ ਅਗੇਂਸਟ ਹੋ ਗਏ ਤੇ ਇਹ ਅਗੇਂਸਟ ਹੋਣਾ ਸੀਐਮ ਮਾਨ ਨੂੰ ਜ਼ਰਾ ਵੀ ਪਸੰਦ ਨਹੀਂ ਆਇਆ, ਜ਼ਰਾ ਵੀ ਪਸੰਦ ਨਹੀਂ ਆਇਆ। ਸੋ ਅਜਿਹੇ ਵਿੱਚ ਕਹਿ ਦਿੱਤਾ ਕਿ ਸਰਕਾਰੀ ਕਰਮਚਾਰੀ ਸਸਪੈਂਡ ਹੋ ਜਾਣਗੇ, ਕੋਈ ਪਰਵਾਹ ਨਹੀਂ ਹੈ ਜੀ ਸਸਪੈਂਸ਼ਨ ਦੀ, ਸਸਪੈਂਡ ਹੋ ਜਾਣਗੇ, ਇਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਫਿਰ ਕਰੋ ਜੋ ਕਰਨਾ ਹੈ ਕਰੋ, ਜੋ ਕਰਨਾ ਹੈ ਕਰੋ। ਤਾਲੇ ਖੁੱਲੇ, ਪਹੁੰਚੇ ਦਫ਼ਤਰਾਂ ਦੇ ਵਿੱਚ। ਕੌਣ ਚਾਹੁੰਦਾ ਸਸਪੈਂਸ਼ਨ? ਤਰੀਕਾ ਹੁੰਦਾ ਨਾ ਹਰ ਗੱਲ ਦਾ। ਜੇ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਕੋਈ ਡਿਮਾਂਡ ਵੀ ਹੈ, ਉਹ ਗੱਲ ਕੀਤੀ ਜਾ ਸਕਦੀ ਹੈਗੀ। ਜੇ ਗੱਲ ਕੀਤੀ ਹੋਵੇ ਨਹੀਂ ਮੰਨੀ ਗਈ, ਤੁਸੀਂ ਸਟ੍ਰਾਈਕ ਕੀਤੀ, ਉਹ ਵੀ ਗੱਲ ਠੀਕ ਹੈ, ਪਰ ਸਟ੍ਰਾਈਕ ਦਾ ਜਿਹੜਾ ਆਧਾਰ ਹੋਵੇ ਉਹ ਤੇ ਸਹੀ ਹੋਵੇ। ਜਾਂਚ ਅਧੀਨ ਹੈ, ਸਾਹਮਣੇ ਸ਼ਿਕਾਇਤ ਆਈ ਹੈ, ਜੇ ਉਹ ਝੂਠੀ ਹੈ ਸੱਚੀ ਹੈ, ਇਹ ਅੰਡਰ ਕੰਸੀਡਰੇਸ਼ਨ ਮਾਮਲਾ ਹੈਗਾ, ਇਸ ਗੱਲ ਤੇ ਵੇਟ ਕਰਨੀ ਚਾਹੀਦੀ ਹੈ। ਤੇ ਜੇ ਤੁਹਾਨੂੰ ਲੱਗਦਾ ਆ ਕਿ ਤੁਹਾਡਾ ਬੰਦਾ ਸਹੀ ਹੈ ਤਾਂ ਉਸ ਪਿੱਛੇ ਸਟੈਂਡ ਲਓ। ਕਿਸੇ ਇੱਕ ਬੰਦੇ ਨੇ ਵੀ ਨਹੀਂ ਕਿਹਾ ਕਿ ਸਾਡਾ ਬੰਦਾ ਸਹੀ ਹੈਗਾ, ਇਸ ਤੇ ਗਲਤ ਇਲਜ਼ਾਮ ਲਾਏ ਗਏ ਨੇ, ਕਿਸੇ ਨੇ ਨਹੀਂ ਕਿਹਾ। ਦੁੱਖ ਕਿਸ ਗੱਲ ਦਾ ਜਤਾਇਆ ਜਾ ਰਿਹਾ ਹੈ ਕਿ ਇਦਾਂ ਤੁਸੀਂ ਗ੍ਰਿਫਤਾਰ ਨਹੀਂ ਕਰ ਸਕਦੇ ਹੈਗੇ ਕਿਸੇ ਨੂੰ, ਕਿਸੇ ਸ਼ਿਕਾਇਤ ਦੇ ਆਧਾਰ ਤੇ। ਤਾਂ ਕੋਈ ਵੀ ਸ਼ਿਕਾਇਤ ਕਰ ਦੇਗਾ ਤੇ ਕੋਈ ਵੀ ਗ੍ਰਿਫਤਾਰ ਹੋ ਜਾਏਗਾ। ਜੇ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਨਹੀਂ ਕਰ ਸਕਦੇ ਤੇ ਫਿਰ ਕਿਸ ਤਰ੍ਹਾਂ ਗ੍ਰਿਫਤਾਰ ਕਰ ਸਕਦੇ? ਪਹਿਲਾਂ ਕੁਝ ਲਿਖ ਦੇਣਾ ਠੀਕ ਹੈ, ਹੋ ਸਕਦਾ ਹੈ ਕੁਝ ਜਿਹੜੀ ਚੀਜ਼ ਆ ਉਹ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਨਹੀਂ ਹੋਏਗੀ, ਉਸ ਨੂੰ ਵੀ ਕਰੈਕਟ ਕਰਨਾ ਚਾਹੀਦਾ, ਸਰਕਾਰ ਵੱਲੋਂ ਵੀ ਕਰੈਕਟ ਹੋਣੀ ਚਾਹੀਦੀ ਹੈਗੀ ਆ। ਪਰ ਲਿਖਣਾ ਚਾਹੀਦਾ ਸੀ ਨਾ, ਜੇ ਤੁਸੀਂ ਜਿਹੜੀ ਲੈਟਰਾਂ ਲਿਖ ਕੇ ਦੇ ਰਹੇ ਹੋ ਉਸ 'ਚ ਵੀ ਲਿਖਣਾ ਚਾਹੀਦਾ ਸੀ ਨਾ ਕਿ ਜੇ ਸਾਡਾ ਬੰਦਾ ਗਲਤ ਹੋਇਆ ਜੋ ਮਰਜ਼ੀ ਸਜ਼ਾ ਦਿਓ, ਅਸੀਂ ਸਰਕਾਰ ਨਾਲ ਖੜੇ ਹਾਂ, ਅਸੀਂ ਸੱਚ ਦੇ ਨਾਲ ਖੜੇ ਹਾਂ। ਪਰ ਸੱਚ ਦੀ ਗੱਲ ਤੇ ਕਿਤੇ ਆਈ ਹੀ ਨਹੀਂ। ਹੈਰਾਨਗੀ ਹੁੰਦੀ ਹੈ ਅਜਿਹੀਆਂ ਗੱਲਾਂ ਦੇਖ ਕੇ। ਪਰ ਖੈਰ ਅਗਲੀ ਖਬਰ ਵੱਲ ਰੁਕ ਕਰਨਾ ਜ਼ਰੂਰੀ ਹੈ। ਹਾਂਜੀ, ਅਗਲੀ ਖਬਰ ਦਾ ਰੁਕ ਕਰਾਂਗੇ ਤੇ ਅਗਲੀ ਖਬਰ ਜੁੜੀ ਹੈ ਭਾਰਤ ਜੋੜੋ ਯਾਤਰਾ ਦੇ ਨਾਲ। ਤੇ ਇਹ ਯਾਤਰਾ ਪੰਜਾਬ 'ਚ ਐਂਟਰੀ ਕੀਤੀ। 25 ਕਿਲੋਮੀਟਰ ਬੂੰਦਾਬਾਂਦੀ ਦੇ ਵਿੱਚ ਰਾਹੁਲ ਗਾਂਧੀ ਚੱਲੇ ਨੇ ਤੇ ਨਾਲ ਬਾਕੀ ਕਾਂਗਰਸੀਆਂ ਨੂੰ ਵੀ ਚੱਲਣਾ ਪਿਆ ਤਾਂ ਕਰਕੇ ਕਹਿੰਦੇ ਆ ਕਿਉਂਕਿ ਉਹਨਾਂ ਨੂੰ ਇੰਨੀ ਆਦਤ ਨਹੀਂ ਹੈਗੀ, ਪਰ ਅੱਜ ਰਾਹੁਲ ਗਾਂਧੀ ਨੇ ਉਹਨਾਂ ਨੂੰ ਵੀ ਆਪਣੇ ਆਪ ਨਾਲ ਤੁਰਾਇਆ ਹੈਗਾ। ਸੋ ਬਥੇਰੇ ਰੰਗ ਜਿਹੜੇ ਨੇ ਉਹ ਬੰਨੇ ਗਏ ਇਸ ਯਾਤਰਾ ਦੇ ਵਿੱਚ, ਬਥੇਰਾ ਕੁਝ ਹੋਇਆ। ਕੁਝ ਇੱਕ ਝਲਕੀਆਂ ਜਿਹੜੀਆਂ ਨੇ ਉਹ ਜ਼ਰੂਰ ਲਵਾਂਗੇ ਕਿਉਂਕਿ ਇਹ ਯਾਤਰਾ ਜਦ ਪੰਜਾਬ ਐਂਟਰ ਕੀਤੀ ਹੈ ਤੇ ਲਾਲ ਰੰਗ ਦੀ ਪੱਗ ਬੰਨੀ ਹੋਈ ਸੀ ਰਾਹੁਲ ਗਾਂਧੀ ਨੇ, ਕਾਫੀ ਵਾਹਵਾਹੀ ਖੱਟੀ ਉਹਨਾਂ ਨੇ, ਜੱਜ ਰਹੇ ਸੀ ਰਾਹੁਲ ਗਾਂਧੀ। ਪਰ ਬਹੁਤ ਲੋਕਾਂ ਨੇ ਇਤਰਾਜ਼ ਵੀ ਕੀਤਾ ਕਿ ਇਹਨਾਂ ਨੂੰ ਇਦਾਂ ਹੀ ਪੱਗ ਜਿਹੜੀ ਆ ਨਹੀਂ ਬੰਨਣੀ ਚਾਹੀਦੀ, ਦੁਪਹਿਰ ਤੱਕ ਬੰਨੀ, ਦੁਪਹਿਰ ਤੋਂ ਬਾਅਦ ਪੱਗ ਜਿਹੜੀ ਹੈ ਉਤਾਰ ਦਿੱਤੀ ਜਾਂਦੀ ਆ। ਇਸ ਦਰਮਿਆਨ ਉਹ ਮਿਹਨਤਕਸ਼ ਲੋਕਾਂ ਦੇ ਨਾਲ, ਮਜ਼ਦੂਰਾਂ ਦੇ ਨਾਲ ਵੀ ਮੁਲਾਕਾਤ ਕਰਦੇ ਨੇ। ਕੁਝ ਤਸਵੀਰਾਂ ਉਹਨਾਂ ਦੀਆਂ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਨੂੰ ਫਿਰ ਬਹੁਤ ਸਾਰੇ ਕਮੈਂਟਸ ਮਿਲਦੇ ਨੇ, ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਆ। ਸੋ ਭਾਰਤ ਜੋੜੋ ਯਾਤਰਾ ਜਿਹੜੀ ਹੈ ਉਸਦੇ ਬਹੁਤ ਸਾਰੇ ਹਾਈਲਾਈਟਸ ਰਹੇ, ਕੀ ਕੁਝ ਹਾਈਲਾਈਟਸ ਰਹੇ, ਇਹ ਡਿਸਕਸ ਕਰਨਾ ਅੱਜ ਬਣਦਾ ਹੀ ਹੈ ਕਿਉਂਕਿ ਪੰਜਾਬ ਵਿੱਚ ਐਂਟਰੀ ਛੋਟੀ ਗੱਲ ਨਹੀਂ ਹੈ। ਭਾਰਤ ਜੋੜੋ ਯਾਤਰਾ ਦੀ ਪੰਜਾਬ ਵਿੱਚ ਐਂਟਰੀ ਛੋਟੀ ਗੱਲ ਨਹੀਂ ਹੈ। ਕੱਲ ਨਤਮਸਤਕ ਹੋਏ ਸੀ ਦਰਬਾਰ ਸਾਹਿਬ, ਅੱਜ ਵੀ ਨਤਮਸਤਕ ਹੋਏ ਨੇ। ਸੋ ਹੁਣ 25 ਕਿਲੋਮੀਟਰ ਪੈਦਲ ਚਲੇ ਨੇ। ਸਰਹੰਦ ਤੋਂ ਮੰਡੀ ਗੋਬਿੰਦਗੜ੍ਹ ਤੱਕ 2 ਪੜਾਅ ਜਿਹੜੀ ਇਹਨਾਂ ਨੇ ਪੈਦਲ ਯਾਤਰਾ ਕੀਤੀ ਆ ਜੀ। ਤੇ ਸਵੇਰੇ ਉਹਨਾਂ ਨੇ ਸਰਹੰਦ ਸਥਿਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਚ ਮੱਥਾ ਟੇਕਿਆ ਤੇ ਇਸ ਦੇ ਬਾਅਦ ਨਵੀਂ ਦਾਣਾ ਮੰਡੀ ਵਿੱਚ ਫਲੈਗ ਐਕਸਚੇਂਜ ਸੈਰੇਮਨੀ ਦੇ ਬਾਅਦ ਪੈਦਲ ਚੱਲਣਾ ਸ਼ੁਰੂ ਕੀਤਾ। ਤੇ ਜੋ ਪੈਦਲ ਚੱਲਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਰੁਕੇ ਨਹੀਂ ਤੇ ਸਵੇਰੇ ਲਾਲ ਰੰਗ ਦੀ ਪਗੜੀ ਬੰਨ ਕੇ ਉਹ ਯਾਤਰਾ ਤੇ ਨਿਕਲੇ ਸੀ। ਯਾਤਰਾ ਦਾ ਨਾਈਟ ਸਟੇ ਲੁਧਿਆਣਾ ਜ਼ਿਲ੍ਹਾ ਦੇ ਖੰਨਾ ਵਿੱਚ ਅਤੇ ਸਵੇਰੇ ਉਹ ਕਸ਼ਮੀਰ ਗਾਰਡਨ ਤੋਂ ਪੈਦਲ ਯਾਤਰਾ ਦੀ ਸ਼ੁਰੂਆਤ ਕਰਨਗੇ। ਸਮਰਾਲਾ ਚੌਕ ਤੇ ਖਤਮ ਹੋਏਗੀ ਤੇ ਬਿਨਾਂ ਰੁਕੇ 25 ਕਿਲੋਮੀਟਰ ਚੱਲਣਗੇ। ਸਮਰਾਲਾ ਚੌਕ ਤੇ ਸਭਾ ਦੇ ਬਾਅਦ ਰਾਹੁਲ ਗਾਂਧੀ ਰਵਾਨਾ ਹੋ ਜਾਣਗੇ। ਸੋ ਸਵੇਰੇ ਸਰਹੰਦ ਤੋਂ ਸ਼ੁਰੂ ਹੋਈ ਯਾਤਰਾ ਦੁਪਹਿਰ ਮੰਡੀ ਗੋਬਿੰਦਗੜ੍ਹ ਪਹੁੰਚ ਕੇ ਰਾਹੁਲ ਗਾਂਧੀ ਨੇ ਕੁਝ ਦੇਰ ਆਰਾਮ ਕੀਤਾ ਤੇ ਜਿਹੜੇ ਸਾਬਕਾ ਸੈਨਿਕ ਹੈਗੇ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਆਰਾਮ ਦੇ ਬਾਅਦ ਰਾਹੁਲ ਗਾਂਧੀ ਇੱਕ ਵਾਰੀ ਫੇਰ ਆਪਣੇ ਪੁਰਾਣੇ ਰੰਗ ਵਿੱਚ ਨਜ਼ਰ ਆਏ। ਮੰਗਲਵਾਰ ਗੋਲਡਨ ਟੈਂਪਲ ਵਿੱਚ ਮੱਥਾ ਟੇਕਦੇ ਵਕਤ ਸਵੇਰੇ ਯਾਤਰਾ ਸ਼ੁਰੂ ਕਰਦੇ ਵਕਤ ਉਹਨਾਂ ਨੇ ਜਿਹੜੀ ਪਗੜੀ ਪਾਈ ਸੀ ਉਸ ਨੂੰ ਦੁਪਹਿਰ ਦੇ ਬਾਅਦ ਉਤਾਰ ਦਿੱਤਾ। ਖਾਸ ਗੱਲ ਇਹ ਰਹੀ ਕਿ ਭਾਰਤ ਜੋੜੋ ਯਾਤਰਾ ਵਿੱਚ ਹੁਣ ਤੱਕ ਪੰਜਾਬ ਵਿੱਚ ਰਾਹੁਲ ਨੂੰ ਸਭ ਤੋਂ ਜ਼ਿਆਦਾ ਸਿਕਿਉਰਿਟੀ ਦਿੱਤੀ ਗਈ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ
ਧਮਕੀਆਂ ਆਈਆਂ ਨੇ, ਕਿਸ ਤਰ੍ਹਾਂ ਦੇ ਨਾਲ ਧਮਕੀਆਂ ਦਿੱਤੀਆਂ ਗਈਆਂ ਨੇ। ਪਹਿਲਾਂ ਕਿਹਾ ਗਿਆ ਸੀ ਕਿ ਜ਼ਿਆਦਾਤਰ ਸਫ਼ਰ ਜਿਹੜਾ ਕਾਰ ਦੇ ਵਿੱਚ ਤੈਅ ਕਰਨਗੇ, ਪਰ ਫਿਰ ਵੀ 25 ਕਿਲੋਮੀਟਰ ਚੱਲੇ ਨੇ, ਜਿਹੜੀ ਕਿ ਬਹੁਤ ਵੱਡੀ ਗੱਲ ਹੈਗੀ ਆ। ਰਾਜਾ ਵੜਿੰਗ ਉਸੇ ਆਪਣੀ ਪੱਗ ਵਾਲੇ ਅੰਦਾਜ਼ 'ਚ ਨਜ਼ਰ ਆਏ ਤੇ ਸਟੇਜ ਤੋਂ ਬੋਲਦਿਆਂ ਉਹਨਾਂ ਦਾ ਗਲਾ ਜਿਹੜਾ ਆ ਉਹ ਖੜ ਗਿਆ ਸੀ, ਆਵਾਜ਼ ਜਿਹੜੀ ਆ ਉਹ ਪਾਟੀ ਹੋਈ ਆ ਰਹੀ ਸੀ, ਪਰ ਗੱਲ ਜਿਹੜੀ ਹੈ ਧੜੱਲੇ ਵਾਲੀ ਕਹਿ ਰਹੀ ਸੀ। ਫਿਰ ਰੰਧਾਵਾ ਸਾਹਿਬ ਰਹੇ, ਧਰਮਵੀਰ ਗਾਂਧੀ ਦਾ ਹੱਥ ਫੜ ਕੇ ਤੁਰਦੇ ਰਹੇ, ਮਜ਼ਦੂਰਾਂ ਦਾ, ਕਿਸਾਨਾਂ ਦਾ ਹੱਥ ਫੜ ਕੇ ਤੁਰਦੇ ਰਹੇ। ਉਹ ਤਸਵੀਰਾਂ ਜਿਹੜੀਆਂ ਸਾਰੀਆਂ ਅੱਜ ਪੂਰਾ ਦਿਨ ਬਹੁਤ ਜ਼ਿਆਦਾ ਵਾਇਰਲ ਹੋਈਆਂ ਹੈਗੀਆਂ। ਸੋ ਅਜਿਹੇ ਵਿੱਚ ਪੰਜਾਬ ਦੇ ਵਿੱਚ ਐਂਟਰੀ ਕੀਤੀ ਤੇ ਨਿਹੰਗ ਸਿੰਘ, ਘੋੜਿਆਂ ਦੀ ਐਂਟਰੀ ਹੁੰਦੀ ਹੈ, ਨਿਹੰਗ ਸਿੰਘਾਂ ਦੀ ਐਂਟਰੀ ਹੁੰਦੀ ਹੈ। ਉੱਥੇ ਘੋੜੇ ਜਿਹੜੇ ਨੇ ਉਹ ਆਪਣੇ ਕਰਤੱਵ ਦਿਖਾਉਂਦੇ ਨੇ, ਆਪਣੇ ਜੌਹਰ ਦਿਖਾਉਂਦੇ ਨੇ। ਸੋ ਇਹ ਇੱਕ ਪੋਜ਼ਿਟਿਵ ਤਰੀਕੇ ਦੀ ਐਂਟਰੀ ਹੈਗੀ ਆ। ਜਦੋਂ ਨਿਹੰਗ ਸਿੰਘਾਂ ਦੀ ਐਂਟਰੀ ਹੁੰਦੀ ਆ, ਉਹ ਖੁਸ਼ ਹੁੰਦੇ ਨੇ ਉੱਥੇ ਕਿ ਰਾਹੁਲ ਗਾਂਧੀ ਆਏ ਨੇ, ਰਾਹੁਲ ਗਾਂਧੀ ਨੂੰ ਦੇਖ ਕੇ ਖੁਸ਼ ਹੁੰਦੇ ਨੇ ਤੇ ਉੱਥੇ ਨਾਲ ਹੀ ਪਿੱਛੇ ਆਪਣੇ ਘੋੜੇ ਜਿਹੜੇ ਨੇ ਉਹ ਲਾ ਲੈਂਦੇ ਨੇ। ਸੋ 3 ਲੇਅਰ ਸੁਰੱਖਿਆ ਦੇ ਵਿੱਚ ਰਾਹੁਲ ਗਾਂਧੀ ਇਸ ਪੂਰੀ ਦੀ ਪੂਰੀ ਯਾਤਰਾ ਵਿੱਚ ਹੈਗੇ ਨੇ। 4 ਗੱਲਾਂ ਜਿਹੜੀਆਂ ਉਹਨਾਂ ਨੇ ਮੇਨ ਕਹੀਆਂ, ਉਹਨਾਂ 4 ਗੱਲਾਂ ਦਾ ਜ਼ਿਕਰ ਕਰਨਾ ਇੱਥੇ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਭਾਰਤ ਜੋੜੋ ਯਾਤਰਾ 3000 ਕਿਲੋਮੀਟਰ ਚੱਲ ਚੁੱਕੀ ਆ ਤੇ ਕਸ਼ਮੀਰ ਵਿੱਚ ਇਹ ਯਾਤਰਾ ਖਤਮ ਹੋਏਗੀ, ਪਰ ਇਹ ਕੋਈ ਵੱਡੀ ਗੱਲ ਨਹੀਂ। ਪੰਜਾਬ ਦਾ ਹਰ ਕਿਸਾਨ ਕਹਿੰਦੇ ਵੀ ਸਾਡੇ ਤੋਂ ਜ਼ਿਆਦਾ ਤੁਰਦਾ ਆ, ਸੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਮਾਫੀ ਚਾਹਾਂਗੀ, ਪਿੱਛੋਂ ਆਵਾਜ਼ਾਂ ਆ ਰਹੀਆਂ ਹੋਣਗੀਆਂ, ਪਰੇਸ਼ਾਨ ਕਰ ਰਹੀਆਂ ਹੋਣਗੀਆਂ। ਬਸ 2-3 ਦਿਨ ਰਹਿ ਗਏ ਆ, ਥੋੜਾ ਜਿਹਾ ਐਡਜਸਟ ਕਰਨਾ ਪਲੀਜ਼। ਦੂਜੀ ਗੱਲ, ਇਸ ਯਾਤਰਾ ਦੌਰਾਨ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ, ਬੱਚਿਆਂ, ਬੁੱਢਿਆਂ ਨਾਲ ਕਹਿੰਦੇ ਗੱਲ ਹੋਈ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ। ਇਹ ਬੋਲਣ ਦੀ ਯਾਤਰਾ ਹੈ ਜੋ ਰੋਜ਼ 25 ਕਿਲੋਮੀਟਰ ਚੱਲਦੇ ਨੇ, ਲੋਕਾਂ ਨੂੰ ਸੁਣਦੇ ਨੇ ਤੇ ਅੰਤ ਵਿੱਚ 10-15 ਮਿੰਟ ਆਪ ਬੋਲਦੇ ਨੇ। ਦੇਸ਼ ਵਿੱਚ ਦੀ ਨਫ਼ਰਤ, ਹਿੰਸਾ, ਬੇਰੁਜ਼ਗਾਰੀ ਦੇ ਮੁੱਦੇ ਇਹ ਉਹਨਾਂ ਨੂੰ ਉਠਾਉਣਾ ਚਾਹੁੰਦੇ ਨੇ। ਇਹ ਗੱਲਾਂ ਉਹਨਾਂ ਨੇ ਭਾਸ਼ਣ ਵਿੱਚ ਕਹੀਆਂ। ਰਾਹੁਲ ਗਾਂਧੀ ਨੇ ਮੀਡੀਆ ਨੂੰ ਕੋਸਦਿਆਂ ਹੋਇਆ ਕਿਹਾ ਕਿ ਮੀਡੀਆ ਜਿਹੜਾ ਉਹ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਨੂੰ ਦਿਖਾਉਂਦਾ ਹੈ, ਉਹ ਸਾਨੂੰ ਦਿਖਾਉਂਦਾ ਹੀ ਨਹੀਂ, ਉਹ ਸਾਨੂੰ ਕਵਰ ਕਰਦਾ ਹੀ ਨਹੀਂ। ਸੋ ਰਾਹੁਲ ਗਾਂਧੀ ਨੇ ਇਸ ਤੇ ਇਤਰਾਜ਼ ਜਤਾਇਆ। ਚੌਥੀ ਗੱਲ ਉਹਨਾਂ ਨੇ ਮੇਨ ਗੱਲ ਕਹੀ ਕਿ ਬੀਜੇਪੀ ਦੇ ਲੋਕ ਜੋ ਡਰ ਨਫ਼ਰਤ ਫੈਲਾ ਰਹੇ ਨੇ ਉਹ ਦੇਸ਼ ਦੀ ਹਿਸਟਰੀ ਨਹੀਂ ਹੈ। ਲੋਕ ਜਿਹੜੇ ਇਹ ਦੇਸ਼ ਪਿਆਰ ਤੇ ਭਾਈਚਾਰੇ ਦਾ ਦੇਸ਼ ਹੈਗਾ। ਜਦੋਂ ਹਰੀਸ਼ ਚੌਧਰੀ ਤੋਂ ਇਹ ਗੱਲ ਪੁੱਛੀ ਗਈ ਕਿ ਤੁਸੀਂ ਕਹਿੰਦੇ ਹੋ ਕਿ ਇਹ ਯਾਤਰਾ ਜਿਹੜੀ ਹੈ ਪੋਲੀਟੀਕਲ ਯਾਤਰਾ ਹੈ ਨਹੀਂ, ਇਹ ਪੈਦਲ ਯਾਤਰਾ ਹੈ, ਪੋਲੀਟੀਕਲ ਯਾਤਰਾ ਹੈ ਨਹੀਂ, ਤੇ ਨਾਲ ਤੁਸੀਂ ਬੀਜੇਪੀ ਨੂੰ ਜਿਹੜਾ ਨਿਸ਼ਾਨਾ ਬਣਾਇਆ ਹੋਇਆ, ਟਾਰਗੇਟ ਬਣਾਇਆ ਹੋਇਆ, ਤੇ ਇਸ ਸਭ ਦੇ ਵਿੱਚ ਰਾਹੁਲ ਗਾਂਧੀ ਬਾਬਤ ਉਹ ਇਹ ਗੱਲ ਕਹਿੰਦੇ ਹੈਗੇ ਆ ਕਿ ਇਹ ਮੁੱਦਿਆਂ ਦੀ ਗੱਲ ਹੈ। ਉਹ ਮੁੱਦਿਆਂ ਦੀ ਗੱਲ ਕਰ ਰਹੇ ਨੇ, ਉਹ ਸਪੈਸ਼ਲ ਬੀਜੇਪੀ ਦੀ ਗੱਲ ਨਹੀਂ ਕਰ ਰਹੇ, ਉਹ ਮੁੱਦਿਆਂ ਦੀ ਗੱਲ ਕਰ ਰਹੇ ਨੇ। ਜਿੱਥੇ ਮੁੱਦੇ ਨਹੀਂ ਸਹੀ, ਇਹਦਾ ਮਤਲਬ ਉੱਥੇ ਬੀਜੇਪੀ ਹੀ ਹੈ। ਸੋ ਉਹਨਾਂ ਨੇ ਗੱਲ ਨੂੰ ਗੋਲ ਮਟੋਲ ਕੀਤਾ, ਕਿਉਂਕਿ ਇਸ ਨੂੰ ਜੇ ਨਾਨ ਪੋਲੀਟੀਕਲ ਯਾਤਰਾ ਕਹਿ ਰਹੇ ਨੇ ਤੇ ਨਾਨ ਪੋਲੀਟੀਕਲ ਯਾਤਰਾ ਤੇ ਇਹ ਬਿਲਕੁਲ ਨਹੀਂ ਹੈਗੀ। ਸੋ ਇੱਥੇ ਕੁਝ ਤਸਵੀਰਾਂ ਜਿਹੜੀਆਂ ਨੇ, ਕੁਝ ਤਸਵੀਰਾਂ ਅਜਿਹੀਆਂ ਜਿਹੜੀਆਂ ਕਿ ਮਨ ਨੂੰ ਖੁਸ਼ ਕਰਦੀਆਂ ਨੇ, ਕੁਝ ਤਸਵੀਰਾਂ ਰੰਗ ਬਿਰੰਗੀਆਂ ਤਸਵੀਰਾਂ ਨੇ। ਲੁਧਿਆਣਾ ਦੇ ਵਿੱਚ ਵਿਰੋਧ ਕੀਤਾ ਗਿਆ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ। ਉੱਥੇ ਕੁਝ ਪੋਸਟਰਸ ਲਗਾ ਦਿੱਤੇ ਗਏ, ਪੁਲਿਸ ਆਈ, ਪੁਲਿਸ ਨੇ ਪੋਸਟਰਸ ਜਿਹੜੇ ਉਹਨਾਂ ਨੂੰ ਉਤਾਰ ਦਿੱਤਾ। ਪੋਸਟਰਸ ਉਤਾਰੇ, ਪੋਸਟਰਸ ਦੇ ਉੱਤੇ 84 ਦੀ ਗੱਲ ਲਿਖੀ ਗਈ ਸੀ। ਲਿਖਿਆ ਗਿਆ ਸੀਗਾ ਕਿ ਇੱਥੇ ਇਹਨਾਂ ਨੇ ਕਤਲੇਆਮ ਕਰਾਇਆ, ਤੁਸੀਂ ਇਹਨਾਂ ਦਾ ਹੀ ਸਵਾਗਤ ਕਰ ਰਹੇ ਹੋ। ਤੇ ਇਹੀ ਗੱਲ ਜਿਹੜੀ ਹੈ ਉਹ ਹਰਸਿਮਰਤ ਕੌਰ ਬਾਦਲ ਵੀ ਕਹਿੰਦੇ ਨੇ। ਹਰਸਿਮਰਤ ਕੌਰ ਬਾਦਲ ਇਸ ਗੱਲ ਦਾ ਅਹਿਸਾਸ ਦਿਵਾਉਂਦੇ ਨੇ ਸਾਰਿਆਂ ਨੂੰ, ਇਹ ਗੱਲ ਕਹਿੰਦੇ ਆ ਕਿ ਇਹਦੀ ਦਾਦੀ ਜਿਹੜੀ ਹੈ ਉਸਨੇ ਇਹ ਸਾਰਾ ਕੁਝ ਕਰਾਇਆ, ਆਪਰੇਸ਼ਨ ਬਲੂ ਸਟਾਰ ਕਰਾਇਆ, ਤੇ ਤੁਸੀਂ ਜੇ ਉਹਨਾਂ ਦਾ ਹੀ ਸਵਾਗਤ ਕਰ ਰਹੇ ਹੋ ਤੇ ਫਿਰ ਇਹ ਗੱਲ ਸਹੀ ਨਹੀਂ। ਸੋ ਇਹ ਕੁੱਲ ਮਿਲਾ ਕੇ ਇਹ ਭਾਰਤ ਜੋੜੋ ਯਾਤਰਾ, ਯੂ ਲਵ ਇਟ ਔਰ ਯੂ ਹੇਟ ਇਟ ਬਟ ਯੂ ਕਾਂਟ ਇਗਨੋਰ ਇਟ। ਇਹ ਗੱਲ ਜਿਹੜੀ ਹੈ ਭਾਰਤ ਜੋੜੋ ਯਾਤਰਾ ਦੇ ਬਾਬਤ ਨਿਕਲ ਕੇ ਸਾਹਮਣੇ। ਅਗਲੀ ਖਬਰ ਜਲੰਧਰ ਦੀ ਆ ਤੇ ਜਲੰਧਰ ਦੀ ਇਹ ਖਬਰ ਕਹਿੰਦੀ ਆ ਕਿ 9 ਲੱਖ ਦੀ ਲੁੱਟ ਹੋਈ ਆ ਤੇ ਇਹ ਲੁੱਟ ਜਿਹੜੀ ਹੈ ਇਹ ਬੈਂਕ ਤੇ ਕੀਤੀ ਗਈ ਆ ਤੇ ਨਾਲ ਦੇ ਨਾਲ ਫਾਇਰਿੰਗ ਕੀਤੀ ਗਈ ਆ। ਗਨ ਪੁਆਇੰਟ ਤੇ ਇਹ ਨਕਦੀ ਲਈ ਗਈ ਹੈ ਉਸ ਵਕਤ ਤੇ ਜਿਸ ਵਕਤ ਤੇ ਜਿਹੜੇ ਬੈਂਕ ਮੁਲਾਜ਼ਮ ਆਪਣਾ ਕੰਮ ਜਿਹੜਾ ਹੈ ਖਤਮ ਕਰਕੇ, ਕਲੋਜ਼ਿੰਗ ਕਰਕੇ ਘਰ ਨੂੰ ਜਾਣ ਵਾਲੇ ਸਨ। ਉਸ ਵਕਤ ਤੇ ਇਸ ਪੂਰੀ ਦੀ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤੇ ਸ਼ਰੇਆਮ ਅੰਜਾਮ ਦਿੱਤਾ ਗਿਆ, ਬਿਨਾਂ ਕਿਸੇ ਡਰ ਦੇ ਅੰਜਾਮ ਦਿੱਤਾ ਗਿਆ। ਬੈਂਕ 'ਚ ਪੈਸੇ ਪਾਏ ਤੇ ਚਲੇ ਗਏ ਤੇ ਕੋਟਕ ਮਹਿੰਦਰਾ ਬੈਂਕ ਦੀ ਇਹ ਗੱਲ ਹੈਗੀ ਆ। 9 ਲੱਖ ਰੁਪਏ ਬੈਂਕ 'ਚ ਲੁੱਟ ਲਏ ਗਏ, ਕਲੋਜ਼ਿੰਗ ਟਾਈਮ ਤੇ ਲੁੱਟੇ ਗਏ ਨੇ। ਪੂਰਾ ਮਾਮਲਾ ਕੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜ਼ਿਲ੍ਹਾ ਜਲੰਧਰ ਵਿੱਚ ਪੁਲਿਸ ਥਾਣਾ ਆਦਮਪੁਰ ਦੇ ਤਹਿਤ ਆਉਂਦੇ ਪਿੰਡ ਹਜ਼ਾਰਾ ਵਿੱਚ ਬੈਂਕ ਲੁੱਟ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜੀ। ਤੇ ਲੁਟੇਰੇ ਨਿੱਜੀ ਬੈਂਕ ਕੋਟਕ ਮਹਿੰਦਰਾ ਵਿੱਚ ਸ਼ਾਮ ਦੇ ਵਕਤ ਬੈਂਕ ਬੰਦ ਹੋਣ ਦੇ ਬਾਅਦ ਜਦੋਂ ਸਟਾਫ ਹਿਸਾਬ ਕਿਤਾਬ ਜੁਟਿਆ ਹੋਇਆ ਸੀ ਉਦੋਂ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤੇ ਲੁਟੇਰਿਆਂ ਦੇ ਕੋਲ ਹਥਿਆਰ ਸਨ, ਉਹਨਾਂ ਨੇ ਬੈਂਕ ਸਟਾਫ ਨੂੰ ਹਥਿਆਰਾਂ ਦੇ ਦਮ ਤੇ ਇੱਕ ਸਾਈਡ ਤੇ ਬੈਂਕ ਵਿੱਚ ਪਿਆ 9 ਲੱਖ ਰੁਪਏ ਲੁੱਟ ਲਿਆ ਤੇ ਮੌਕੇ ਤੋਂ ਉਸੇ ਵਕਤ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਲੁਟੇਰੇ ਬੈਂਕ ਵਿੱਚ ਸ਼ਾਮ ਨੂੰ 5 ਵਜੇ ਦੇ ਕਰੀਬ ਵੜੇ ਸਨ। ਉਸ ਵਕਤ ਸਟਾਫ ਬੈਂਕ ਦੀ ਕਲੋਜ਼ਿੰਗ ਵਿੱਚ ਬਿਜ਼ੀ ਸੀਗਾ।
ਤੇ ਲੁਟੇਰੇ ਬੈਂਕ ਵਿੱਚ ਵੜੇ ਤੇ ਉਹਨਾਂ ਨੇ ਹਵਾਈ ਫਾਇਰ ਵੀ ਕੀਤਾ। ਸੋ ਫਾਇਰ ਕਰਕੇ ਡਰ ਗਏ। ਸਭ ਨੂੰ ਲੱਗਿਆ ਕਿ ਇਹ ਜਾਨ ਵੀ ਲੈ ਸਕਦੇ ਨੇ। ਜ਼ਾਹਰ ਤੌਰ ਤੇ ਜਦੋਂ ਹਥਿਆਰ ਹੁੰਦੇ ਨੇ ਹੱਥਾਂ ਦੇ ਵਿੱਚ ਤਾਂ ਡਰਨਾ ਜਿਹੜਾ ਹੈ ਉਹ ਲਾਜ਼ਮੀ ਵੀ ਹੈ। ਸੋ ਸਟਾਫ ਕਾਫੀ ਜ਼ਿਆਦਾ ਸਹਿਮ ਗਿਆ ਸੀ। ਇਸ ਦੇ ਬਾਅਦ ਬੈਂਕ ਤੋਂ 9 ਲੱਖ ਰੁਪਏ ਲੁੱਟਿਆ ਤੇ ਮੌਕੇ ਤੋਂ ਫਰਾਰ ਹੋ ਗਏ। ਤੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਲੁਟੇਰੇ ਅੱਧੇ ਘੰਟੇ ਵਿੱਚ ਹੀ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਯਾਨੀ ਅੱਧਾ ਘੰਟਾ ਵੀ ਕਹਿੰਦੇ ਉਹਨਾਂ ਨੂੰ ਲੱਗਿਆ ਨਹੀਂ। ਉਸ ਤੋਂ ਪਹਿਲਾਂ ਉਹਨਾਂ ਨੇ ਪੈਸੇ ਲਪੇਟੇ ਤੇ ਚਲੇ ਗਏ। ਹੁਣ ਪਿੰਡ ਹਜ਼ਾਰਾ ਵਿੱਚ ਕੋਟਕ ਮਹਿੰਦਰਾ ਬੈਂਕ ਵਿੱਚ ਹੋਈ ਲੁੱਟ ਦੀ ਵਾਰਦਾਤ ਦੇ ਉਸੇ ਕੁਝ ਦੇਰ ਬਾਅਦ ਹੀ ਸਟਾਫ ਨੇ ਪੁਲਿਸ ਚੌਕੀ ਜਿਹੜਾ ਹੈਗਾ ਜੰਡੂ ਸਿੰਘਾਂ ਨੂੰ ਸੂਚਿਤ ਕੀਤਾ ਤੇ ਪੁਲਿਸ ਪਾਰਟੀ ਸੂਚਨਾ ਮਿਲਦਿਆਂ ਹੀ ਬੈਂਕ ਵਿੱਚ ਪਹੁੰਚ ਗਈ। ਬੈਂਕ ਵਿੱਚ ਲੱਗੇ ਸੀਸੀਟੀਵੀ ਜਿਹੜੀ ਫੁਟੇਜ ਹੈਗੀ ਆ ਉਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ, ਕਿਉਂਕਿ ਸੀਸੀਟੀਵੀ ਅੱਜ ਕੱਲ ਬਹੁਤ ਸਾਰੀ ਇਹੋ ਜਿਹੇ ਗੁਨਾਹਾਂ ਦਾ ਵਾਰਦਾਤਾਂ ਦਾ ਭੇਦ ਖੋਲਦੀ ਹੈਗੀ ਆ। ਲੁਟੇਰਿਆਂ ਨੇ ਸਿਰ ਤੇ ਟੋਪੀਆਂ ਤੇ ਮੂੰਹ ਤੇ ਕੱਪੜੇ ਪਾਏ ਹੋਏ ਸੀ। ਜਿਹੜੇ ਅੱਜ ਕੱਲ ਲੁਟੇਰੇ ਕੰਮ ਕਰਦੇ ਆ ਸਮਾਰਟ ਲੁਟੇਰੇ ਹੈਗੇ ਆ ਕਿ ਸੀਸੀਟੀਵੀ ਔਨ ਵੀ ਹੋਣ ਪਰ ਸਾਡਾ ਚਿਹਰਾ ਜਿਹੜਾ ਉਹ ਨਜ਼ਰ ਨਾ ਆਏ। ਜਿਸ ਵਿੱਚ ਲੁਟੇਰਿਆਂ ਦੇ ਚਿਹਰੇ ਸਾਫ਼ ਨਹੀਂ ਹੋ ਪਾਏ। ਬਹਰਹਾਲ ਪੁਲਿਸ ਨੇ ਬੈਂਕ ਨੂੰ ਆਉਣ ਜਾਣ ਵਾਲੇ ਰਸਤਿਆਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲੈਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕੰਮ ਵੀ ਦੇਖੋ ਕਿੰਨਾ ਹੋ ਜਾਂਦਾ ਹੈਗਾ, ਔਖਾ ਹੋ ਜਾਂਦਾ। ਬੈਂਕ ਦੇ ਵਿੱਚ ਜੋ ਹੋ ਰਿਹਾ ਹੈ ਉਹ ਸੀਸੀਟੀਵੀ ਵੀ, ਫਿਰ ਉਸ ਤੋਂ ਬਾਅਦ ਜਿਹੜੇ ਬਾਹਰ ਜਿਹੜੇ ਆਉਣ ਜਾਣ ਵਾਲੇ ਰਸਤੇ ਨੇ ਉੱਥੋਂ ਦੀ ਸੀਸੀਟੀਵੀ ਵੀ, ਹਰ ਚੀਜ਼ ਨੂੰ ਹਰ ਕੋਨੇ ਨੂੰ ਖੰਗਾਲਣਾ ਪੈਂਦਾ ਹੁੰਦਾ ਹੈ। ਪਰ ਜੇ ਪੁਲਿਸ ਚੌਕੀ ਕੋਲ ਹੋਵੇ ਤੇ ਅਜਿਹਾ ਮਾਮਲਾ ਹੋਣਾ ਹੀ ਨਹੀਂ ਚਾਹੀਦਾ। ਪਰ ਇਹ ਲੁਟੇਰੇ ਜਿਹੜੇ ਨੇ ਇਹ ਬੜੇ ਜ਼ਬਰਦਸਤ ਨੇ। ਸੋ ਇਹ ਤੇ ਇੱਕ ਖਬਰ ਰਹੀ। ਇਸ ਤੋਂ ਬਾਅਦ ਤੁਹਾਨੂੰ ਅਗਲੀ ਖਬਰ ਦਾ ਵੀ ਨਾਲੋਂ ਨਾਲ ਰੁਕ ਕਰਾਉਣੀ ਹੈਗੀ ਆ ਤੇ ਇਹ ਖਬਰ ਫਿਰੋਜ਼ਪੁਰ ਦੀ ਆ। ਤੇ ਇਹ ਜਿਹੜਾ ਕੈਦੀ ਹੈ ਇੰਨਾ ਕੁ ਸਮਾਰਟ ਨਿਕਲਿਆ, ਕਿ ਤੁਸੀਂ ਸੋਚ ਨਹੀਂ ਸਕਦੇ ਹੈਗੇ। ਇਸ ਕੈਦੀ ਨੇ ਕੀਤਾ ਕੀ, ਜਦੋਂ ਜਾਣੋਗੇ ਕਿ ਇਸ ਕੈਦੀ ਨੇ ਕੀ ਕੀਤਾ ਤੇ ਹੈਰਾਨ ਹੋ ਜਾਓਗੇ। ਇਹ ਕੈਦੀ ਬਾਹਰ ਸੀ ਪੈਰੋਲ ਤੇ, ਪਰ ਪੈਰੋਲ ਇਸਨੇ ਖੁਦ ਨੂੰ ਆਪੇ ਹੀ ਦੇ ਦਿੱਤੀ। ਇਸ ਨੂੰ ਕਿਸੇ ਦੀ ਲੋੜ ਨਹੀਂ ਪਈ। ਇਸ ਨੂੰ ਲੋੜ ਪਈ ਤੇ ਸਿਰਫ ਇੱਕ ਨਕਲੀ ਈਮੇਲ ਦੀ। ਜੱਜ ਬਣ ਕੇ ਨਕਲੀ ਈਮੇਲ ਕੀਤੀ, ਆਪ ਹੀ ਪੈਰੋਲ ਲੈ ਲਈ। ਜਦੋਂ ਵਾਪਸ ਨਹੀਂ ਆਇਆ ਤੇ ਮਾਮਲਾ ਜਿਹੜਾ ਪੂਰਾ ਦਾ ਪੂਰਾ ਖੁੱਲਿਆ। ਐਡਾ ਜ਼ਿਆਦਾ ਇਹ ਸਮਾਰਟ ਕੈਦੀ ਸੀ। ਫਿਰੋਜ਼ਪੁਰ ਜੇਲ੍ਹ ਦੀ ਗੱਲ ਹੈਗੀ ਆ। ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਅਜਿਹਾ ਕਾਰਨਾਮਾ ਕਰ ਦਿੱਤਾ ਕਿ ਉਸਨੇ ਪੂਰੇ ਜੇਲ੍ਹ ਪ੍ਰਬੰਧਨ ਅਤੇ ਜੁਡੀਸ਼ੀਅਲ ਅਧਿਕਾਰੀਆਂ ਨੂੰ ਬਿਲਕੁਲ ਸਖਤੇ ਵਿੱਚ ਲਿਆ ਕੇ ਖੜਾ ਕਰ ਦਿੱਤਾ, ਸਾਰੇ ਔਖੇ ਕਰ ਦਿੱਤੇ। ਫਿਰੋਜ਼ਪੁਰ ਜੇਲ੍ਹ ਵਿੱਚ ਐਨਡੀਪੀਐਸ ਮਾਮਲੇ ਵਿੱਚ ਬੰਦ ਇੱਕ ਕੈਦੀ ਨੇ ਐਡੀਸ਼ਨਲ ਸੈਸ਼ਨ ਜੱਜ ਦੀ ਫਰਜ਼ੀ ਈਮੇਲ ਭੇਜ ਕੇ ਆਪਣੀ ਪੈਰੋਲ ਕਰਵਾ ਲਈ ਤੇ ਵਾਪਸ ਨਹੀਂ ਆਇਆ। ਉਸਦੇ ਵਾਪਸ ਨਾ ਆਉਣ ਤੇ ਮਾਮਲੇ ਦਾ ਖੁਲਾਸਾ ਹੋਇਆ ਤੇ ਜੇਲ੍ਹ ਪ੍ਰਬੰਧਨ ਨੇ ਥਾਣੇ ਵਿੱਚ ਕੈਦੀ ਦੇ ਖਿਲਾਫ ਧੋਖਾਧੜੀ ਦੀ ਐਫਆਈਆਰ ਦਰਜ ਕਰਾਈ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਉਸ ਦੀ ਤਲਾਸ਼ ਹੁਣ ਸ਼ੁਰੂ ਕਰ ਦਿੱਤੀ ਹੈ। ਮਤਲਬ ਮੋਡਲਸ ਦੇਖੋ ਕੀ ਆ, ਕਿਸ ਤਰ੍ਹਾਂ ਦੇ ਨਾਲ ਅੱਗੇ ਵਧ ਰਹੇ ਨੇ। ਇਹ ਕਿੰਨਾ ਮਤਲਬ ਹੈਰਾਨਗੀ ਹੁੰਦੀ ਹੈ ਸਾਰੀਆਂ ਚੀਜ਼ਾਂ ਸੁਣ ਕੇ। ਜਾਣਕਾਰੀ ਦੇ ਅਨੁਸਾਰ ਸਨੀ ਨਿਵਾਸੀ ਗੁਰੂ ਕੀ ਬਡਾਲੀ 2018 ਦੇ ਇੱਕ ਐਨਡੀਪੀਐਸ ਮਾਮਲੇ ਵਿੱਚ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਸੀ ਤੇ ਸੂਤਰਾਂ ਦੇ ਮੁਤਾਬਕ 23 ਦਸੰਬਰ 2022 ਨੂੰ ਜੇਲ੍ਹ ਸੁਪਰਡੈਂਟੈਂਟ ਨੂੰ ਐਡੀਸ਼ਨਲ ਸੈਸ਼ਨ ਜੱਜ ਦੀ ਆਫੀਸ਼ੀਅਲ ਮੇਲ ਆਈਡੀ ਤੋਂ ਇੱਕ ਮੇਲ ਆਈ ਜਿਸ ਵਿੱਚ ਸਨੀ ਨੂੰ ਪੈਰੋਲ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ। ਸੋ ਮਤਲਬ ਜਾਲੀ ਈਮੇਲ ਕਰਾ ਕੇ ਇਹ ਕੰਮ ਕੀਤਾ, ਜਿਸ ਦੇ ਆਧਾਰ ਤੇ ਜੇਲ੍ਹ ਪ੍ਰਬੰਧਨ ਨੇ ਸਨੀ ਨੂੰ ਪੈਰੋਲ ਤੇ ਛੱਡ ਵੀ ਦਿੱਤਾ। ਨਕਲੀ ਈਮੇਲ ਆਈ, ਉਹਨਾਂ ਨੂੰ ਲੱਗਿਆ ਕਿ ਵਾਕਈ ਸੈਸ਼ਨ ਜੱਜ ਦੀ ਈਮੇਲ ਆਈ ਹੈ, ਉਹਨਾਂ ਨੇ ਅੱਗੋਂ ਛੱਡ ਵੀ ਦਿੱਤਾ। ਪਰ 2 ਜਨਵਰੀ 2023 ਨੂੰ ਸਨੀ ਪੈਰੋਲ ਖਤਮ ਹੋਣ ਤੇ ਵਾਪਸ ਨਹੀਂ ਆਇਆ ਤੇ ਜੇਲ੍ਹ ਪ੍ਰਬੰਧਨ ਨੇ ਸੰਬੰਧਿਤ ਅਦਾਲਤ ਨੂੰ ਸੂਚਿਤ ਕੀਤਾ। ਉਦੋਂ ਕੋਰਟ ਨੇ ਦੱਸਿਆ ਕਿ ਉਹਨਾਂ ਨੇ 23 ਦਸੰਬਰ ਨੂੰ ਕਿਸੇ ਸਨੀ ਨਾਮ ਦੇ ਕੈਦੀ ਨੂੰ ਪੈਰੋਲ ਦਿੱਤੀ ਹੀ ਨਹੀਂ। ਕਿੰਨੀ ਕਮਾਲ ਦੀ ਗੱਲ ਹੈ। ਸੋ ਹੁਣ ਆਰੋਪੀ ਤੇ ਐਫਆਈਆਰ ਜਿਹੜੀ ਹੈ ਉਹ ਦਰਜ ਹੋ ਗਈ ਹੈ। ਦੇਖੋ ਕਿੱਦਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ। ਸਮਝ ਨਹੀਂ ਆਉਂਦਾ ਕਿ ਸਿਸਟਮ ਨੂੰ ਕੋਸੀਏ ਕਿ ਸਿਸਟਮ ਤੇ ਹੱਸੀਏ ਕਿ ਸਿਸਟਮ ਤੇ ਤਰਸ ਖਾਈਏ। ਕੁਝ ਸਮਝ ਨਹੀਂ ਆਉਂਦਾ ਹੈਗਾ ਕਿ ਹੋ ਕੀ ਰਿਹਾ। ਕਿਸਾਨ ਕਾਂਗਰਸ ਵਾਲੇ ਗੁਰਸਿਮਰਨ ਮੰਡ ਨੂੰ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ। ਅਕਸਰ ਉਹ ਹੈਡਲਾਈਨ ਵਿੱਚ ਰਹਿੰਦੇ ਨੇ ਤੇ ਜੋ ਕਰਦੇ ਰਹਿੰਦੇ ਨੇ, ਮੀਡੀਆ ਉਹਨਾਂ ਨੂੰ ਕਵਰ ਵੀ ਕਰਦਾ। ਮੈਂ ਵੀ ਸੋਚਿਆ ਤੁਹਾਨੂੰ ਕੁਝ ਦੱਸ ਦੇਵਾਂ ਉਹਨਾਂ ਦੇ ਬਾਰੇ। 2 ਮਹੀਨਿਆਂ ਤੋਂ ਘਰ ਦੇ ਵਿੱਚ ਨਜ਼ਰਬੰਦ ਹੈਗੇ ਨੇ। ਧਮਕੀਆਂ ਮਿਲਦੀਆਂ ਸੀ, ਪਹਿਲਾਂ ਕਹਿੰਦੇ ਸੀ ਸਿਕਿਉਰਿਟੀ ਦਿਓ ਤੇ ਹੁਣ ਸਿਕਿਉਰਿਟੀ ਦੇਤੀ ਤੇ ਹੁਣ ਕਹਿੰਦੇ ਸਿਕਿਉਰਿਟੀ ਵਾਪਸ ਲਓ ਤੇ ਹੁਣ ਸਿਕਿਉਰਿਟੀ ਵਾਪਸ ਨਹੀਂ ਲੈ ਰਹੇ। ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਤੇ ਹੁਣ ਘਰ ਦੇ ਹਲਕਾ ਬਾਹਰ ਆ ਕੇ ਉੱਥੇ ਬਹਿ ਗਏ ਨੇ ਤੇ ਭੁੱਖ ਹੜਤਾਲ ਕਰ ਰਹੇ ਨੇ। ਤੇ ਜਿਹੜਾ ਇਲਜ਼ਾਮ ਲਗਾ ਰਹੇ ਆ ਚੌਕੀ ਇੰਚਾਰਜ ਤੇ, ਕਹਿੰਦੇ ਉਹ ਮੈਨੂੰ ਮਾਰਦਾ ਆ। ਚੌਕੀ ਇੰਚਾਰਜ ਜਿਹੜਾ ਮੈਨੂੰ ਧਮਕਾਉਂਦਾ ਆ, ਮੈਨੂੰ ਕੁਝ ਹੋਰ ਕਹਿੰਦਾ ਆ, ਬਾਹਰ ਜਾ ਕੇ ਸੁਰੱਖਿਆ ਕਰਮੀਆਂ ਨੂੰ ਕੁਝ ਹੋਰ ਕਹਿੰਦਾ ਆ। ਸੋ ਇਲਜ਼ਾਮ ਲਗਾਏ ਆ। ਹੁਣ ਗੁਰਸਿਮਰਨ ਸਿੰਘ ਮੰਡ ਨੇ ਦੇਰ ਰਾਤ ਗਲੀ ਵਿੱਚ ਬੈਠ ਕੇ ਪ੍ਰਦਰਸ਼ਨ ਕੀਤਾ। ਮੰਡ ਨੇ ਚੌਕੀ ਇੰਚਾਰਜ ਤੇ ਮਾਰਨ ਦਾ ਇਲਜ਼ਾਮ ਲਾਇਆ, ਕਿਹਾ ਕਿ ਚੌਕੀ ਇੰਚਾਰਜ ਦੀ ਵਜ੍ਹਾ ਨਾਲ ਸੁਰੱਖਿਆ ਮੁਲਾਜ਼ਮ ਉਹਨਾਂ ਦੀ ਗੱਲ ਨਹੀਂ ਸੁਣ ਰਹੇ ਨੇ, ਉਹਨਾਂ ਨੂੰ ਮਾਨਸਿਕ ਰੂਪ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੰਡ ਪਿਛਲੇ 2 ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਨੇ।
ਮੰਡ ਨੇ ਡੀਜੀਪੀ ਗੌਰਵ ਯਾਦਵ ਨੂੰ ਮੰਗ ਕੀਤੀ ਹੈ ਕਿ ਚੌਂਕੀ ਇੰਚਾਰਜ ਗੁਰਮੀਤ ਸਿੰਘ ਮਾਮਲੇ ਵਿੱਚ ਜਾਂਚ ਕਰਵਾਈ ਜਾਏ। ਕੰਟਰੋਲ ਰੂਮ ਤੇ ਜਿਹੜੀ ਹੈ ਉਹ ਵੀ ਸ਼ਿਕਾਇਤ ਕੀਤੀ ਹੈ। ਸੋ ਹੁਣ ਬਹੁਤ ਸਾਰੀਆਂ ਗੱਲਾਂ ਤੇ ਮੰਡ ਜਿਹੜੇ ਨੇ ਉਹ ਪਪੂਲਰ ਵੀ ਬਹੁਤ ਰਹੇ ਹੈਗੇ, ਜਿਵੇਂ ਜੋਤ ਸਿੰਘ ਸਿੱਧੂ ਦੇ ਸਲਾਹਕਾਰ ਬਲਵਿੰਦਰ ਮਾਲੀ ਦੇ ਖਿਲਾਫ ਇਹਨਾਂ ਨੇ ਸ਼ਿਕਾਇਤ ਦਿੱਤੀ ਸੀ। फिर खालिस्तान के खिलाफ बोलते ने, दीवारों ते लिखे खालिस्तानी नारे साफ करते दिसदे ने। फिर साबका पीएम राजीव गांधी दी कालक लगे बुत नूं पगड़ी नाल साफ करन ते भी विवाद दे विच फसे सी ते हुण नजरबंद ने, कहंदे ने बस किसी तरह दे नाल मेरी सिक्योरिटी जिहड़ी है वापस लै लो, मैनूं सिक्योरिटी चाहिदी नहीं। पिछे इन्हां ने फोन कीता सीगा कि मैनूं 102 बुखार है, मैं डॉक्टर ते नहीं जा पा रहा, मैनूं इन्हां ने घर दे विच डकिया होया। सो अक्सर अजिहे विवादां दे विच रहिंदे ने। हुण घर दे बाहर बैठे हुए ने, प्रदर्शन कर रहे ने, खा भी कुछ नहीं रहे, भुख हड़ताल ते बैठे हुए ने। गुरसिमरन सिंह दुनिया दी सुपर पावर अमरीका प्रॉब्लम दे विच आ गई है। 450 दे आस-पास फ्लाइट्स जड़ियां ने वो कैंसल करनियां पईयां ने, एमरजेंसी आ गई है ते मामला इन्ना ज़्यादा वड्डा हैगा, इन्ना ज़्यादा क्रिटिकल हैगा कि वाइट हाउस विच एमरजेंसी मीटिंग बुलानी पई। इस मामले का अंदाजा कितना क ज़्यादा सेंसिटिव है इत्थों लगाया जा सकता है कि वाइट हाउस जो मीटिंग बुलानी पई, एमरजेंसी मीटिंग बुलानी पई, सारा कुछ ठप हो गया है ते नुकसान करोड़ों का हो गया है, बहुत मुश्किल विच आ गया अमरीका। सो पूरी खबर की है ये तुहानूं असीं दस दिंदे हां कि अमरीका विच जिहड़ा नो टाइम है नोटिस टू एयर मिशन सिस्टम विच खराबी आ गई है, यानी जिहड़ा एयर ट्रैफिक हुंदा है वो ठप हो गया है। मीडिया रिपोर्ट्स के मुताबिक 4663 फ्लाइट्स जड़ियां ने वो लेट हुईयां ने ते 450 डोमेस्टिक ते इंटरनेशनल फ्लाइट्स कैंसल कर दित्तियां गईयां ने ते फेडरल एविएशन एडमिनिस्ट्रेशन के मुताबिक करीब 4 घंटे की दिक्कत के बाद फ्लाइट ऑपरेशन हौली हौली शुरू हो गए ते एविएशन एक्सपर्ट्स के मुताबिक हालात होण विच ठीक होण विच अजे घट्टो घट्ट 2 दिन लग जाणगे। सो ये सारा कुछ जिहड़ा है सामने आया। अमरीका विच भी अजिही लापरवाही हो सकती है, ये कोई अंदाजा भी नहीं लगा सकता। जिहड़ा अपने आप को सुपर पावर मानता है उत्थे भी अजिहा हो सकता है, कोई अंदाजा भी नहीं लगा सकता हैगा। सो हुण जिहड़ा न्यूयॉर्क टाइम्स है उसके मुताबिक FAA विच मार्च तो कोई परमानेंट चीफ ही नहीं है, उत्थे कोई परमानेंट चीफ ही नहीं है। जिहड़ा सारा कुछ रेगुलेट कर रहे हैं, आसमान नूं जिहड़ा रेगुलेट कर रहा है वो चीफ ही नहीं हैगा परमानेंट। पिछले हफ्ते बाइडेन ने फिलिप वाशिंगटन नूं नॉमिनेट कीता सी। हुण इस विच दिक्कत यह है कि उन्हां दे नाम नूं सीनेट तो मंजूरी मिलनी है अते सीनेट दे सैशन दे इंतजार विच यह अपॉइंटमेंट लटकिया होया है। सो आपसी पॉलिटिक्स के अंदर ही लोकां नूं नुकसान भुगतना पै रहा है, स्टेट नूं नुकसान भुगतना पै रहा है। बाइडेन नूं विरोधी धिर यानी रिपब्लिकन पार्टी दे काफी विरोध ते आलोचना का सामना हुण करना पएगा। सो व्हाइट हाउस ने कहा कि कोई किसी भी तरह का कंप्यूटर्स दे विच खराबी जरूर है पर साइबर अटैक किसी भी तरह का नहीं है। व्हाइट हाउस ने मनन तो इनकार किया। $2 करोड़ दे नुकसान का खदशा जताया जा रहा है इस सब दे नाल। जदों मुसाफिर नहीं आउणगे, जदों यात्री नहीं आउणगे, जदों ये सब होएगा ही नहीं, लोग पैसे नहीं देंगे, जो पैसे दिते होणगे तो उन्होंने रिफंड करना पएगा ते इस सब के दरमियान $2 करोड़ का नुकसान हो गया। सो 2 दिन में पहला तो कहा जा रहा है कि पता नहीं ऑपरेशंस जिहड़े ने वो कदों हल होणगे, पर हुण इन्हां नूं दो दिन दे विच नॉर्मलाइज करन दी गल कही जा रही है। सो अजिहे विच मतलब नो टाइम है कि ये भी थोड़ी जी गल कर लेने, थोड़ी इन्फॉर्मेशन भी दे देने। द बेनिपल शो है, हर चीज़ इस होनी चाहिए हैगी है, जो पॉइंट्स लेके आदि इन्फॉर्मेशन क्यों ना देइए। नो टाइम का पूरा नाम है नोटिस टू एयर मिशन। ये पूरे फ्लाइट ऑपरेशन का सब तो अहम हिस्सा होंदा है। इस दे जरिए फ्लाइट्स नूं टेक ऑफ या लैंडिंग की जानकारी मिलती है। नो टाइम रियल टाइम डेटा लैकर एयरपोर्ट ऑपरेशंस ਜਾਂ एयर ट्रैफिक कंट्रोल ਨੂੰ ਦਿੰਦਾ ਹੈ, ਜਿਹਨੂੰ ਆਪਾਂ ATC ਕਹਿ ਦਿੰਦੇ ਆ। ਇਸ ਦੇ ਬਾਅਦ ATC ਇਸ ਨੂੰ ਪਾਇਲਟਸ ਤੱਕ ਪਹੁੰਚਾਉਂਦੇ ਨੇ। ਇਸ ਸਿਸਟਮ ਦੇ ਜ਼ਰੀਏ ਨੈਸ਼ਨਲ ਡਿਜ਼ਾਸਟਰਸ ਤੇ ਦੂਜੀਆਂ ਦਿੱਕਤਾਂ ਨੂੰ ਵੀ ਮੋਨੀਟਰਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈਗੀ ਆ। ਸੋ ਅਜਿਹੇ ਵਿੱਚ ਇਹ ਇੱਕ ਬਹੁਤ ਵੱਡਾ ਫਲॉ ਹੈ जिसनों के हुण ठीक करना बहुत ज़्यादा जरूरी है, नहीं तो बहुत तगड़ा असर पै जाता है इकोनॉमी ते देश की। जो इन्नियां सारियां फ्लाइटां कैंसल हो गई ने, इन्नियां डिले हो गई ने, रिफंड्स करने पैणगे, बहुत कुछ है। ते सब तो वड्डी गल जिहड़ी फजीहत है, सुपर पावर दे कंप्यूटर खराब हो गए, निजाम भाषा की गल करिए जिहदे करके उहदियां जिहड़ियां फ्लाइट्स ने ओह रुक गई। देखो जी, मुल्क कोई भी होवे माड़ी किसे नाल नहीं होनी चाहिदी हैगी ते मुल्क आस-पास दा होवे दूर दा होवे सब नूं भाग लगे रहने चाहिए ने। फिर साडे नाल भावें कोई भी माड़ी कर जाए। गल इत्थे पाकिस्तान दी हो रही है जिथे सिर्फ ते सिर्फ 3 हफ्ते दा राशन बचा है जी।
3 ਹਫ਼ਤੇ ਦਾ ਰਾਸ਼ਨ ਬਚਿਆ, ਉਸ ਤੋਂ ਬਾਅਦ ਕੀ ਕਰਨਗੇ ਕੁਝ ਪਤਾ ਨਹੀਂ। 25% ਮਹਿੰਗਾਈ ਵੱਧ ਗਈ ਹੈ, 500% ਪਿਆਜ਼ਾਂ ਦੇ ਗੰਢਿਆਂ ਦੇ ਰੇਟਸ ਵੱਧ ਗਏ ਨੇ, ਦਾਲਾਂ ਮਹਿੰਗੀਆਂ, ਹਰ ਚੀਜ਼ ਮਹਿੰਗੀ, ਰਾਸ਼ਨ ਦੇ ਲਈ ਡੇਢ ਦਿਨ ਲਾਈਨਾਂ 'ਚ ਖੜੇ ਰਹਿਣਾ ਪੈ ਰਿਹਾ ਹੈ। ਭੁੱਖਮਰੀ ਵਾਲੀ ਸਥਿਤੀ ਜਿਹੜੀ ਆ ਹੋਈ ਹੈਗੀ ਆ। ਸੋ ਪਾਕਿਸਤਾਨ ਦਾ ਹਾਲ ਇਸ ਵਕਤ ਤੇ ਬਹੁਤ ਜ਼ਿਆਦਾ ਬੁਰਾ ਹੈ ਤੇ ਜਦੋਂ ਅਸੀਂ ਤਸਵੀਰਾਂ ਦੇਖਦੇ ਹਾਂ ਵਾਲੀਆਂ ਤੇ ਸਾਡਾ ਹਿਰਦਾ ਬਲੁੰਦਰਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਹੁਣ ਇਹ ਸਰਵਾਈਵ ਕਰਨਗੇ। ਸੋ ਪਾਕਿਸਤਾਨ ਦੇ ਵਿੱਚ ਇੱਕ ਵਾਰੀ ਫੇਰ ਤੋਂ ਬੇਹੱਦ ਭਾਰੀ ਮੁਸੀਬਤ ਆ ਗਈ ਹੈ। ਮਹਿੰਗਾਈ 25% ਦੀ ਰਫ਼ਤਾਰ ਨਾਲ ਵੱਧ ਰਹੀ ਹੈ। ਵਿਦੇਸ਼ੀ ਮੁਦਰਾ ਭੰਡਾਰ ਮਹਿਜ਼ 41,000 ਕਰੋੜ ਬਚਿਆ ਹੈ, ਜਿਸ ਵਿੱਚ ਸਿਰਫ 3 ਹਫ਼ਤੇ ਦਾ ਇੰਪੋਰਟ ਬਿੱਲ ਚੁਕਾਇਆ ਜਾ ਸਕਦਾ ਹੈ। ਪਿਛਲੇ 8 ਸਾਲਾਂ ਤੋਂ ਸਭ ਤੋਂ ਘੱਟ ਹੈ ਇਹ ਤੇ ਮੁਸ਼ਕਲ ਦੀ ਘੜੀ ਵਿੱਚ ਪਾਕਿਸਤਾਨ ਦੀ ਉਮੀਦ ਭਰੀਆਂ ਨਜ਼ਰਾਂ IMF, ਚੀਨ ਤੇ ਸਾਊਦੀ ਅਰਬ ਤੇ ਟਿਕੀਆਂ ਹੋਈਆਂ ਨੇ। ਹੁਣ 5 ਜਨਵਰੀ 2023 ਨੂੰ ਦ ਗਾਰਡੀਅਨ ਵਿੱਚ ਲਿਖੇ ਇੱਕ ਲੇਖ ਵਿੱਚ ਕੀ ਲਿਖਿਆ ਤੁਹਾਨੂੰ ਦੱਸਦੀ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦੁਨੀਆ ਭਰ ਦੇ ਦੇਸ਼ਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਕ ਡਾਰ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਸਾਊਦੀ ਅਰਬ ਤੋਂ ਕੁਝ ਦਿਨਾਂ ਵਿੱਚ ਪੈਸੇ ਮਿਲਣਗੇ। ਇਸ ਦੇ ਠੀਕ ਬਾਅਦ ਮੰਗਲਵਾਰ ਨੂੰ ਸਾਊਦੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪਾਕਿਸਤਾਨ ਵਿੱਚ $10 ਅਰਬ ਦੇ ਨਿਵੇਸ਼ ਤੇ ਵਿਚਾਰ ਕਰਨ ਨੂੰ ਕਿਹਾ ਹੈ। ਪਰ ਫਿਲਹਾਲ ਸਥਿਤੀ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਗਮਗੀਨ ਬਣੀ ਹੋਈ ਹੈ। ਇਹਦਾ ਕਾਰਨ ਕੀ ਬਣਿਆ ਜੀ? ਇਹਦਾ ਕਾਰਨ ਕੀ ਬਣਿਆ? 5 ਸੰਕਟ ਰਹੇ, ਜਿਹੜੇ 5 ਬਹੁਤ ਸੰਕਟ ਰਹੇ। ਇੱਕ ਫਲੱਡਸ ਵਾਲਾ ਸੰਕਟ ਸੀਗਾ ਜੂਨ ਤੋਂ ਸਤੰਬਰ 2022 ਦੇ ਵਿੱਚ ਪਾਕਿਸਤਾਨ ਵਿੱਚ ਆਏ ਹੜ੍ਹ ਨਾਲ 1.5 ਕਰੋੜ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ, ਜਿਹੜੀ ਕਿ ਬਹੁਤ ਵੱਡੀ ਗੱਲ ਆ। ਦੂਜੀ ਆਰਥਿਕ ਸੰਕਟ ਹੈ, ਤੇਲ ਗੈਸ ਜ਼ਰੂਰੀ ਜਿਹੜੀਆਂ ਵਸਤੂਆਂ ਹੈਗੀਆਂ ਨੇ ਇਹਦੇ ਵਾਸਤੇ ਸਿਰਫ $5 ਅਰਬ ਬਚੇ ਆ ਤੇ ਡਾਲਰ ਦੀ ਤੁਲਨਾ ਵਿੱਚ ਪਾਕਿਸਤਾਨੀ ਰੁਪਇਆ 222 ਤੱਕ ਪਹੁੰਚ ਗਿਆ ਹੈ। ਇਹ ਵੱਡੀ ਗੱਲ ਹੈਗੀ ਆ। ਫਿਰ ਮਹਿੰਗਾਈ, ਪਾਕਿਸਤਾਨ ਵਿੱਚ ਮਹਿੰਗਾਈ 25% ਜ਼ਿਆਦਾ ਹੈਗਾ। ਇੱਥੇ 1 ਕਿਲੋ ਆਟੇ ਦੀ ਕੀਮਤ 150 ਰੁਪਏ ਹੈ। 1 ਕਿਲੋ ਆਟਾ 150 ਰੁਪਏ। ਸਸਤਾ ਆਟਾ ਖਰੀਦਣ ਦੇ ਫੇਰ ਵਿੱਚ 4 ਲੋਕ ਆਪਣੀ ਜਾਨ ਗਵਾ ਚੁੱਕੇ ਨੇ। ਤਾਲਿਬਾਨ ਦਾ ਹਮਲਾ, ਪਾਕਿਸਤਾਨ ਅਫਗਾਨਿਸਤਾਨ ਦੇ ਕੁਵੇਟਾ ਤੇ ਕੰਧਾਰ ਨੂੰ ਜੋੜਨ ਵਾਲੇ ਚਮਨ ਬਾਰਡਰ ਤੇ ਲਗਾਤਾਰ ਪਾਕਿਸਤਾਨੀ ਤਾਲਿਬਾਨੀ ਜਿਹੜੇ ਆਤੰਕੀ ਨੇ ਉਹ ਹਮਲੇ ਕਰ ਰਹੇ ਨੇ ਤੇ ਇਮਰਾਨ ਖਾਨ ਦਾ ਪ੍ਰਦਰਸ਼ਨ, ਇਮਰਾਨ ਖਾਨ ਚੋਣ ਦੀ ਮੰਗ ਕਰਦਿਆਂ ਹੋਇਆਂ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਨੇ। ਇਸ ਤੋਂ ਪਾਕਿਸਤਾਨੀ ਸਰਕਾਰ ਜਿਹੜੀ ਹੈ ਉਹ ਨਾਰਾਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸੋ ਪਾਕਿਸਤਾਨ ਦੀ ਸਥਿਤੀ ਫਿਲਹਾਲ ਬੇਹੱਦ ਗਮਗੀਨ ਬਣੀ ਹੋਈ ਆ ਤੇ ਅਜਿਹੀ ਸਥਿਤੀ ਹੋਣੀ ਨਹੀਂ ਚਾਹੀਦੀ ਹੈਗੀ। ਅੱਜ ਆਵਾਜ਼ ਵਿੱਚ ਦਿੱਕਤ ਆ ਰਹੀ ਹੋਏਗੀ, ਮੈਂ ਮੰਨਦੀ ਹਾਂ ਜੀ, ਮਾਫੀ ਚਾਹਾਂਗੀ ਇਸ ਬਾਬਤ। ਕੱਲ ਤੋਂ ਕੋਸ਼ਿਸ਼ ਕਰਾਂਗੇ ਕਿਸੇ ਬਿਹਤਰ ਜਗ੍ਹਾ ਤੇ ਜਾ ਕੇ ਸ਼ੋ ਹੈ ਉਹ ਕਰਾਂ, ਜਿਹੜੇ 2-3 ਦਿਨ ਰਹਿ ਗਏ ਨੇ ਉਹ ਵਧੀਆ ਲੰਘਣ। ਅੱਜ ਮੈਨੂੰ ਪਤਾ ਹੈ ਕਿ ਬਹੁਤ ਡਿਸਟਰਬੈਂਸ ਹੋਈ ਹੋਣੀ ਹੈ, ਇਸ ਲਈ ਮਾਫੀ ਚਾਹਾਂਗੇ। ਜਾਂਦੇ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਸਾਡੀਆਂ ਬਣਦੀਆਂ ਹੀ ਨੇ। ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖਿਆ ਕਰੋ ਜਿੱਥੇ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ। ਅੱਗੇ ਵੀ ਕਦੇ ਜ਼ਿੰਦਗੀ 'ਚ ਮਿਲਾਂਗੇ ਤੇ ਜਦੋਂ ਆਪਾਂ ਮਿਲਾਂਗੇ ਤਾਂ ਸ਼ਿਕਾਇਤਾਂ ਨਾਲ ਨਹੀਂ, ਪਿਆਰ ਸਤਿਕਾਰ ਨਾਲ ਮਿਲੀਏ ਤਾਂ ਗੱਲ ਵਧੀਆ ਰਹਿੰਦੀ ਹੈਗੀ ਆ। 2-3 ਦਿਨ ਰਹਿ ਗਏ ਮੇਰੇ ਤੇ 2-3 ਦਿਨ ਜਦੋਂ ਉਸ ਤੋਂ ਬਾਅਦ ਬੈਨੀਪਾਲ ਸਾਹਿਬ ਆਪਣੇ ਸੈੱਟ ਦੇ ਅੰਦਰ ਹੋਣਗੇ। ਮੈਂ ਪਹਿਲਾਂ ਵੀ ਕਿਹਾ ਅਜਿਹੀ ਕੋਈ ਵੀ ਜਿਹੜੀ ਡਿਸਟਰਬੈਂਸ ਹੈ ਤੁਹਾਨੂੰ ਨਹੀਂ ਮਿਲੇਗੀ। ਇਹ ਹਜੇ ਤੁਸੀਂ ਟ੍ਰੈਫਿਕ ਦੇਖ ਨਹੀਂ ਪਾ ਰਹੇ, ਮੈਂ ਥੱਲੇ ਜਦੋਂ ਇਹ ਥੱਲੇ ਇੱਧਰ ਕਰਕੇ ਸੜਕ ਹੈਗੀ ਆ ਤੇ ਕਾਰਾਂ ਜੋ ਸ਼ੂ ਸ਼ਾਂ ਹੌਂ ਠੈ ਪੈ ਸਾਰਾ ਕੁਝ ਜਿਹੜਾ ਹੈ ਇੱਥੇ ਚੱਲ ਰਿਹਾ ਹੈਗਾ। ਸੋ ਖਬਰਾਂ ਦਾ ਸਿਲਸਿਲਾ ਚੱਲਦਾ ਰਹਿਣਾ ਚਾਹੀਦਾ, ਇਨਫੋਰਮੇਸ਼ਨ ਮਿਲ ਨਹੀਂ ਹੋਣੀ ਚਾਹੀਦੀ, ਇਨਫੋਰਮੇਸ਼ਨ ਵਿੱਚ ਬ੍ਰੇਕ ਨਹੀਂ ਲੱਗਣੀ ਚਾਹੀਦੀ, ਕੋਸ਼ਿਸ਼ ਇਹੀ ਰਹਿੰਦੀ ਹੈਗੀ ਆ। ਤੇ ਬਾਕੀ ਮੈਂ ਤੁਹਾਡੇ ਸਾਰਿਆਂ ਨੂੰ ਬਹੁਤ ਮਿਸ ਕਰਿਆ ਕਰਨਾ, ਬਹੁਤ ਜ਼ਿਆਦਾ ਮਿਸ ਕਰਿਆ ਕਰਨਾ। ਮੈਂ ਸ਼ੋਅ ਮਿਸ ਅੱਜ ਕਰ ਸਕਦੀ ਸੀ, ਮੈਂ ਕੀਤਾ ਨਹੀਂ। ਇੱਕ ਤੇ ਬੈਰੀਬਲ ਸਾਹਿਬ ਸ਼ੋਅ ਮਿਸ ਨਹੀਂ ਕਰਨ ਦਿੰਦੇ, ਪਹਿਲੀ ਗੱਲ ਇਹ ਆ। ਪਰ ਜੇ ਮੈਂ ਕਰ ਵੀ ਸਕਦੀ ਹੁੰਦੀ ਤਾਂ 2-3 ਦਿਨ ਰਹਿ ਗਏ, ਮੇਰਾ ਬਿਲਕੁਲ ਤੁਹਾਨੂੰ ਛੱਡਣ ਦਾ ਮਨ ਨਹੀਂ ਹੈਗਾ। ਮਿਲਦੇ ਆ ਛੇਤੀ, ਤੁਸੀਂ ਆਪਣਾ ਬਹੁਤ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।